तो ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਸਾਰੇ ਪ੍ਰਸ਼ਨ ਹੀ ਉੱਠਦੇ ਆ ਕਿ ਨਸ਼ੇ ਕੀ ਹੈ, ਨਸ਼ੇ ਕਿਉਂ ਵਰਤੇ ਜਾਂਦੇ ਹੈ, ਨਸ਼ਿਆਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ, ਕੀ ਨਸ਼ੇ ਵਾਕਈ ਛੱਡੇ ਜਾ ਸਕਦੇ ਨੇ। ਬਹੁਤ ਸਾਰੇ ਪ੍ਰਸ਼ਨ ਨੇ ਜਿਨ੍ਹਾਂ ਦਾ ਉੱਤਰ ਤੁਸੀਂ ਸਾਰੇ ਚਾਹੁੰਦੇ ਹੋ ਅਤੇ ਇਹਨਾਂ ਪ੍ਰਸ਼ਨ ਦਾ ਉੱਤਰ ਦੇਣ ਲਈ ਸਾਡੇ ਵਿਚਕਾਰ ਸ਼੍ਰੀ ਮੋਹਨ ਸ਼ਰਮਾ। ਹਾਂ ਸਿੱਧ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਸੂਝਵਾਨ ਦਰਸ਼ਕਾਂ ਨੂੰ ਵੀ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾ ਰਿਹਾ। ਹੁਣ ਜਿਵੇਂ ਲਾਕਡਾਊਨ ਦੇ ਦੌਰਾਨ ਜਿਵੇਂ ਠੇਕੇ ਬੰਦ ਹੋ ਗਏ ਸੀ ਅਤੇ ਚਾਰੇ ਪਾਸੇ ਇਹ ਆਵਾਜ਼ਾਂ ਆ ਰਹੀਆਂ ਸੀ ਜੀ ਠੇਕੇ ਖੋਲ੍ਹੋ, ਸ਼ਰਾਬ ਚਾਲੂ ਹੋਣੀ ਚਾਹੀਦੀ ਹੈ, ਸ਼ਰਾਬ ਨਹੀਂ ਮਿਲ ਰਹੀ, ਅਸੀਂ ਮਰ ਜਾਵਾਂਗੇ। ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਖਬਰਾਂ ਆ ਰਹੀਆਂ ਸੀ ਕਿ ਜਿਹੜੇ ਅਮਲੀ ਸੀ ਉਹ ਬੈਠੇ ਵਾਰ-ਵਾਰ ਫਰਿਆਦਾਂ ਕਰ ਰਹੇ ਸੀ। ਅਤੇ ਕੀ ਵਾਕਈ ਸਾਡਾ ਪੰਜਾਬ ਇਸ ਸਥਿਤੀ ਦੇ ਵਿੱਚ ਹੈ? ਸਿੱਧੂ ਸਾਹਿਬ, ਜਿੱਥੇ ਤੱਕ ਨਸ਼ਿਆਂ ਦਾ ਸੰਬੰਧ ਹੈ ਨਾ, ਕਿਉਂਕਿ ਮੈਂ ਇਹ ਸੰਤਾਪ ਹਰ ਰੋਜ਼ ਆਪਣੇ ਮਨ ਦੇ ਪਿੰਡੇ 'ਤੇ ਬਣਾਉਣਾ, ਬੜਾ ਨੇੜਿਓਂ ਹੋ ਕੇ ਮੈਂ ਇਹ ਸਭ ਕੁਝ ਵੇਖ ਰਿਹਾ। ਪੰਜਾਬੀ ਦੇ ਮਰਹੂਮ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਅੱਜ ਤੋਂ ਤਕਰੀਬਨ 57-58 ਵਾਰੀ ਪਹਿਲਾਂ ਪੰਜਾਬ ਦੀ ਉਸਤਤ ਕਰਦਿਆਂ ਪੰਜਾਬ ਬਾਰੇ ਇਹ ਲਿਖਿਆ ਸੀ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਯਾਨੀ ਸਮੁੱਚਾ ਭਾਰਤ ਹੈ ਜਿਹੜਾ ਉਹ ਇੱਕ ਛਾਂਪ ਹੈ, ਮੁੰਦਰੀ ਹੈ, ਪਰ ਜਿਹਦੇ ਵਿੱਚ ਨਗ ਹੈ ਜਿਹੜਾ ਨਾ ਉਹ ਪੰਜਾਬ ਹੈ। ਜੇ ਨਗ ਵਿੱਚੋਂ ਨਿਕਲ ਜੇ ਤਾਂ ਛਾਂਪ ਹੋ ਜਾਣੀ ਹੈ ਖੋਖਲੀ ਅਤੇ ਛਾਂਪ ਦੀ ਵੈਲਿਊ ਕੁਛ ਨਹੀਂ ਹੈਗੀ। ਇਹ ਤਾਂ ਸੀਗੀ ਇਹ ਪੰਜਾਬ ਦੀ ਸਾਡੇ ਦੀ ਸਿਫਤ ਸੀ, ਐ ਵੀ ਅਸੀਂ ਪੰਜਾਬ ਕਰਾ ਕੀ ਸਿਫਤ ਤੇਰੀ ਉਹ ਸੀ। ਇਹ ਤਾਂ ਹੈਗੀ 57-58 ਵਰੇ ਪਹਿਲਾਂ ਦੀ ਗੱਲ। ਹੁਣ ਉਹ ਜਿਹੜੀ ਛਾਂਪ ਹੈ ਉਹਦਾ ਜਿਹੜਾ ਨਗ ਹੈ ਨਾ ਉਹ ਇਸ ਵੇਲੇ ਧੁਆਂਖਿਆ ਹੋਇਆ ਅਤੇ ਛਾਂਪ ਦੀ ਵੈਲਿਊ ਕੋਈ ਨਹੀਂ ਹੈ। ਇਸ ਵੇਲੇ ਪੰਜਾਬ ਹੈ ਜਿਹੜਾ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਹੈ ਜਿੱਥੇ ਸਭ ਤੋਂ ਜ਼ਿਆਦਾ, ਏਸ਼ੀਆ ਮਹਾਂਦੀਪ ਦੀ ਮੈਂ ਗੱਲ ਕਰਦਾ, ਜਿਹੜਾ ਨਸ਼ਿਆਂ ਦੇ ਕਰਕੇ ਬਦਨਾਮ ਹੋਇਆ। ਕਿੰਝ ਬਦਨਾਮ ਹੋਇਆ, ਮੈਂ ਇਹ ਇੱਕ ਅੰਕੜਿਆਂ ਨਾਲ ਸੰਖੇਪ 'ਚ ਦੱਸਦਾ ਵੀ ਜਿਹੜਾ ਮਾਲਵਾ ਬੈਲਟ ਜਿੱਥੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਨਾ, ਮਾਲਵਾ ਬੈਲਟ ਦੀ ਸਥਿਤੀ ਇਹ ਹੈ, ਇਹ ਮੈਂ ਅੰਕੜਿਆਂ 'ਤੇ ਲਿਖਤੀ ਰੂਪ 'ਚ ਲਿਆਂਦਾ ਹੋਇਆ। ਅੱਛਾ ਕਿ ਮਾਲਵਾ ਬੈਲਟ 'ਚ 100 ਦੇ ਵਿੱਚੋਂ 61 ਘਰਾਂ 'ਚ ਨਸ਼ਾ ਵੜ ਚੁੱਕਿਆ ਅਤੇ ਸਿਰਫ ਖੁਸ਼ਕਿਸਮਤ ਨੇ 39 ਘਰ 40 ਤੋਂ ਇੱਕ ਘੱਟ ਜਿਨ੍ਹਾਂ ਦੇ ਨਸ਼ੇ ਤੋਂ ਨਿਰਲੇਪ ਨੇ। ਕਾਰਨ ਕੀ ਨੇ ਉਹ ਵੱਖਰੇ ਵੱਖਰੇ ਹੋਣਗੇ, ਪਰ 61 ਘਰਾਂ 'ਚੋਂ ਕੀਰਨਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਮਾਲਵੇ ਤੋਂ ਬਾਅਦ ਅੰਮ੍ਰਿਤਸਰ ਦਾ ਤਰਨਤਾਰਨ ਦਾ ਇਲਾਕਾ ਜਿਹੜਾ, ਇਹਨੂੰ ਅਸੀਂ ਮਾਝੇ ਦਾ ਇਲਾਕਾ ਕਹਿੰਦੇ ਹਾਂ। ਮਾਝੇ ਦੀ ਸਥਿਤੀ ਹੈ ਜਿਹੜੀ ਸਾਡੇ ਨੂੰ, ਕਿਉਂਕਿ ਬਾਰਡਰ ਦਾ ਏਰੀਆ ਆ ਗਿਆ, ਉੱਥੇ ਸਥਿਤੀ ਇਹ ਹੈ ਕਿ 100 ਦੇ ਵਿੱਚੋਂ 68 ਘਰਾਂ 'ਚ ਨਸ਼ਾ, ਬਚੇ ਨੇ ਸਿਰਫ 32 ਘਰ। ਇਹ ਦੂਜੀ ਸਥਿਤੀ ਹੈ। ਤੀਜਾ ਦੁਆਬੇ ਦਾ ਇਲਾਕਾ ਹੈ, ਨਵਾਂ ਸ਼ਹਿਰ ਦਾ, ਹੁਸ਼ਿਆਰਪੁਰ ਦਾ, ਉਹ ਵਿਚਾਲੇ ਖੜ੍ਹਾ ਹੈ। 100 ਦੇ ਵਿੱਚੋਂ 64 ਘਰਾਂ 'ਚ ਨਸ਼ਾ ਅਤੇ ਬਚੇ ਨੇ ਸਿਰਫ 36 ਘਰ। ਇਹ ਤਾਂ ਹੈਗਾ ਇੱਕ। ਜਦੋਂ ਅਸੀਂ ਜਵਾਨੀ ਦੀ ਗੱਲ ਕਰਦੇ ਹਾਂ ਨਾ, ਜਿਹਦੇ ਬਾਰੇ ਫਿਰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖਿਆ ਸੀ ਕਿ ਆਈ ਜਵਾਨੀ ਝੱਲ ਮਸਤਾਨੀ, ਨਹੀਂ ਲੁਕਾਇਆ ਲੁਕਦੀ, ਗਿੱਠ ਗਿੱਠ ਪੈਰ ਜੀਮੀ ਤੋਂ ਉੱਚੇ, ਮੋਢਿਆਂ ਉੱਤੋਂ ਥੁੱਕਦੀ। ਜਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ ਕਿ ਇਹ ਬੇਪਰਵਾਹ ਨੌਜਵਾਨ ਪੰਜਾਬ ਦੇ ਮਰਨ ਥੀ ਨਾ ਡਰਦੇ, ਖਲੋ ਜਾਣ ਮੋਢੇ 'ਤੇ ਡਾਂਗਾ ਮੋਢੇ 'ਤੇ ਲਾ ਕੇ, ਪਰ ਟੈ ਨਾ ਮੰਨਣ ਕਿਸੇ ਦੀ। ਹੁਣ ਇਸ ਵੇਲੇ ਸਥਿਤੀ ਹੈ ਟੈ ਦੀ ਖਾਧੀ ਘੜੀ। ਇਹਨਾਂ ਨੂੰ ਤਾਂ ਨਸ਼ਿਆਂ ਨੇ ਢਾਈ ਢੇਰੀ ਕੀਤਾ ਹੋਇਆ। ਇਹਨਾਂ ਦੀ ਸਾਡੀ ਜਵਾਨੀ ਦੀ ਸਵੈਮਾਨ ਅਣਖ ਗੈਰਤ ਹੈ ਜਿਹੜੀ ਉਹ ਖਤਮ ਹੋ ਚੁੱਕੀ, ਨਸ਼ਿਆਂ ਦੇ ਲੇਖੇ ਲੱਗ ਚੁੱਕੀ ਹੈ ਇਸ ਵੇਲੇ। ਅਤੇ ਜਿਹੜੀ ਤਾਂ ਦਾਅਵੇ ਨਾਲ ਗੱਲ ਕਰਦਾ ਨਾ ਜੀ, ਜਿਹੜੀ ਮੈਂ ਦਾਅਵੇ ਨਾਲ ਗੱਲ ਕਰਦਾ ਨਾ ਵੀ ਕਾਲਜ ਵਾਲੇ ਪਾਸੇ ਨੂੰ ਜੇ ਅਸੀਂ ਰੁਕ ਕਰ ਲਈਏ, ਫਿਰ ਮੈਂ ਇਹ ਗੱਲ ਤੱਥਾਂ ਦੇ ਆਧਾਰ 'ਤੇ ਕਹਿ ਰਿਹਾ ਕਿ 10 ਮੁੰਡਿਆਂ ਨੂੰ ਤੁਸੀਂ ਮੈਡੀਕਲੀ ਚੈੱਕਅਪ ਕਰ ਲਓ ਕਿਸੇ ਵੀ ਕਲਾਸ ਦੇ, ਅੱਛਾ ਜੀ, ਤਾਂ ਹਰ ਤੀਜਾ ਮੁੰਡਾ ਨਸ਼ੇ ਦੀ ਮਾਰ 'ਚ ਆਇਆ ਹੋਇਆ। ਗੁਰਬਾਣੀ 'ਚ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਦੁਖਾਂਤ ਹੈ ਸਾਡੇ ਪੰਜਾਬ ਦੇ ਮੱਥੇ 'ਤੇ ਤੱਬਾ ਹੈ ਕਿ ਮੈਂ ਅੰਕੜਿਆਂ ਦੀ ਇੱਥੇ ਗੱਲ ਨਹੀਂ ਕਰਾਂਗਾ, ਪਰ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਨੇ ਜਿਹੜੀਆਂ
ਉਹ ਵੀ ਨਸ਼ੇ ਦੀ ਲਪੇਟ 'ਚ ਆ ਚੁੱਕੀਆਂ ਨੇ। ਜਦੋਂ ਸੋਸ਼ਲ ਮੀਡੀਆ 'ਤੇ ਸਾਡੇ ਸਾਹਮਣੇ ਇਹੋ ਜਿਹੀਆਂ ਆਉਂਦੀਆਂ ਨੇ ਕਿ ਲਵਲੀ ਯੂਨੀਵਰਸਿਟੀ ਦੇ ਸਾਹਮਣੇ ਠੇਕਾ ਹੈ, ਲੜਕੀਆਂ ਸ਼ਰਾਬ ਦੀਆਂ ਬੋਤਲਾਂ ਖਰੀਦ ਰਹੀਆਂ ਨੇ। ਜਦੋਂ ਸਾਡੇ ਸਾਹਮਣੇ ਪਟਿਆਲੇ ਵਰਗੇ ਸੀਨ 'ਤੇ ਆਉਂਦਾ ਹੈ ਕਿ ਸੜਕ ਦੇ ਉੱਤੇ ਹੀ ਲੜਕੀਆਂ ਨਸ਼ੇ ਦੀ ਧੁੱਤ ਹੋਈਆਂ ਪਈਆਂ ਨੇ। ਜਦੋਂ ਸਾਡੇ ਸਾਹਮਣੇ ਇਹ ਆਉਂਦਾ ਹੈ ਕਿ ਲੜਕੀਆਂ ਬੱਸ 'ਚ ਚੜ੍ਹ ਰਹੀਆਂ ਸੀ, ਲੜਖੜਾ ਰਹੀਆਂ ਸੀ, ਉਹਨਾਂ ਤੋਂ ਬੱਸ 'ਚ ਚੱਜ ਨਾਲ ਬੈਠਿਆ ਵੀ ਨਹੀਂ ਸੀ ਜਾ ਰਿਹਾ। ਅਤੇ ਉੱਥੋਂ ਪੰਜਾਬ ਦੀ ਤਰਾਸਦੀ ਜਿਹੜੀ ਸਾਡੀਆਂ ਲੜਕੀਆਂ ਨੇ, ਉਹਨਾਂ ਦੀ ਤਰਾਸਦੀ ਦਾ ਦਿਖਾਂਤ ਵੀ ਸਾਡੇ ਸਾਹਮਣੇ ਆਉਂਦਾ ਹੈ। ਅਤੇ ਸਾਡੇ ਸਾਹਮਣੇ ਹੁਣ ਕੋਈ ਸ਼ੱਕ ਨਹੀਂ ਕਿ ਪੰਜਾਬ ਵਾਕਈ ਨਸ਼ਿਆਂ ਦੇ ਵਿੱਚ ਸਭ ਤੋਂ ਅੱਗੇ ਹੈ। ਅੱਗੇ ਆਇਆ ਹੈ। ਅਤੇ ਕੀ ਜਿਹੜੇ ਨਸ਼ੇ ਨੇ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ? ਇਹ ਬੜਾ ਗੰਭੀਰ ਪ੍ਰਸ਼ਨ ਹੈ, ਕਿਉਂਕਿ ਹਰ ਇੱਕ ਮਨ ਦੇ ਵਿੱਚ ਇਹ ਹੁੰਦਾ, ਜਿਹੜਾ ਬੰਦਾ ਨਸ਼ੇ ਕਰਦਾ ਹੈ ਕਈ ਵਾਰੀ ਉਹ ਵੀ ਬੈਠ ਕੇ ਸੋਚਦਾ ਕਿ ਮੈਂ ਨਸ਼ੇ ਛੱਡਾਂ। ਉਹਨਾਂ ਦੇ ਘਰ ਦੇ ਵੀ ਸੋਚਦੇ ਕਿ ਨਸ਼ਾ ਛੱਡੇ। ਕੀ ਨਸ਼ਾ ਨੂੰ ਛੱਡਿਆ ਜਾ ਸਕਦਾ? ਸਿੱਧੂ ਸਾਹਿਬ, ਮੈਂ ਦੋ ਗੱਲਾਂ ਕਹਾਂਗਾ ਇਸ ਵਿੱਚ। ਜਿਹੜੇ ਨਸ਼ਈ ਨੇ ਨਾ, ਇਹਨਾਂ ਨੂੰ ਮੈਂ ਅਕਸਰ ਇਹ ਕਹਿਣਾ ਹੁੰਦਾ ਵੀ ਇਹ ਸੁੱਕੇ ਖੂਹ ਦੇ ਵਾਸੀ ਨੇ। ਖੂਹ ਹੈ ਜਿਹੜਾ ਸੁੱਕਾ ਹੈ ਅਤੇ ਉਹ 'ਚ ਵਿੱਚ ਡਿੱਗੇ ਪਏ ਨੇ। ਅਤੇ ਉਹਨਾਂ ਦਾ ਇੱਕ ਸੁਖਾਂਤਮਈ ਪਹਿਲੂ ਇਹ ਹੈ ਵੀ ਪਾਣੀ ਨਾ ਆਉਣ ਕਰਕੇ ਉਹ ਮਰੇ ਨਹੀਂ ਹਨ, ਸਾਹ ਲੈ ਰਹੇ ਨੇ, ਨਾ ਜਿਉਂਦਾ 'ਚ ਨੇ ਨਾ ਮਰਿਆ 'ਚ ਨੇ। ਜਿਹੜੇ ਤਾਂ ਇਸ ਤਰੀਕੇ ਨਾਲ ਤੁਸੀਂ ਜਿਵੇਂ ਗੱਲ ਕੀਤਾ ਵੀ ਕੀ ਛੱਡਿਆ ਵੀ ਜਾ ਸਕਦਾ ਹੈ, ਜਿਹੜੀ ਤਾਂ ਛੱਡਣ ਵਾਲੀ ਸੋਚ ਹੈ। ਪਹਿਲੀ ਗੱਲ ਤਾਂ ਆਪਾਂ ਇਹ ਮੰਨੀਏ ਵੀ ਉਹ ਬਹੁਤ ਸਾਰੇ ਨੇ ਉਹਨਾਂ 'ਚੋਂ ਜਿਹੜੇ ਉਹ ਖੂਹ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਹੱਥ ਪੈਰ ਮਾਰਦੇ ਨੇ। ਪਰ ਹੁਣ ਹੱਥ ਪੈਰ ਮਾਰਨ ਨਾਲ ਤਾਂ ਉੱਥੋਂ ਨਿਕਲੇ ਨਹੀਂ ਨਾ ਜਾਣਾ। ਹੁਣ ਉਹਦੇ ਹੱਲ ਨੇ ਦੋ। ਇੰਨਾ ਸਾਨੂੰ ਪਤਾ ਲੱਗ ਜੇ, ਇਹ ਪਤਾ ਹੋਣਾ ਚਾਹੀਦਾ ਹੈ ਵੀ ਇਹ ਡਿੱਗੇ ਹੋਏ ਹੱਥ ਪੈਰ ਪਲਮ ਮਾਰ ਰਹੇ ਨੇ। ਬਹੁਤ ਸਾਰੇ ਨੇ ਜਿਹੜੇ ਕਹਿੰਦੇ ਡਿੱਗ ਪਏ ਸੀ, ਬਸ ਕੋਈ ਨਹੀਂ। ਪਰ ਜਿਹੜੇ ਇਸ ਤਰੀਕੇ ਨਾਲ ਨੇ, ਜਿਹੜੇ ਛੱਡੇ ਜਾ ਸਕਦੇ ਹੱਲ ਕਰਕੇ ਵੀ ਉਹਨਾਂ ਦਾ ਹੱਲ ਆਪਾਂ ਇੰਝ ਮੰਨੀਏ ਜਟਕਾ ਪਾਸਾ 'ਚ ਵੀ ਉਹਨਾਂ ਨੂੰ ਲੱਜ ਸਿੱਟੀ ਜਾਵੇ ਉਹਦੇ ਬਚਾਉਣ ਵਾਸਤੇ। ਉਹਨਾਂ ਨੂੰ ਜਿਹੜੇ ਲੱਜ ਸਿੱਟਣ ਵਾਲੇ ਨੇ ਉਹ ਸੁਹਿਰਦ ਹੋਣੇ ਚਾਹੀਦੇ ਨੇ, ਉਹਨਾਂ ਦੀ ਜ਼ਿੰਦਗੀ ਪ੍ਰਤੀ ਸੁਚੇਤ ਹੋਣੇ ਚਾਹੀਦੇ ਨੇ, ਉਹਨਾਂ ਦਾ ਭਲਾ ਸੋਚਣ ਵਾਲੇ ਹੋਣੇ ਚਾਹੀਦੇ ਨੇ। ਉਹਨਾਂ ਦੇ ਮਾਪਿਆਂ ਦੀਆਂ ਜੇਬਾਂ ਨੂੰ ਨਾ ਦੇਖਣ ਕਿੰਨੇ ਪੈਸੇ ਨੇ, ਇਹ ਨਾ ਉਹਨਾਂ ਕ ਨਹੀਂ ਦੇਖਣ। ਜੇ ਸੁਹਿਰਦਤਾ ਹੈਗੀ ਜੇ ਚਲਾਉਣ ਵਾਲਿਆਂ ਦੀ, ਉਹਨਾਂ ਨੂੰ ਲੱਜ ਸਿੱਟ ਕੇ ਕਿਹਾ ਜਾਵੇ ਵੀ ਸੱਜਣੋਂ ਘੁੱਟ ਕੇ ਫੜ ਲਓ, ਅਸੀਂ ਤੁਹਾਨੂੰ ਬਾਹਰ ਕੱਢਾਂਗੇ। ਅਤੇ ਉਹ ਸੁਹਿਰਦਤਾ ਜੇ ਆ ਗਈ, ਉਹ ਤਾਂ ਫੜਨ ਘੁੱਟ ਕੇ ਲੱਜ ਨੂੰ, ਇੱਧਰੋਂ ਸੁਹਿਰਦ ਹੋ ਕੇ ਬਾਹਰ ਕੱਢਣ, ਦੋਨਾਂ ਦਾ ਹੋਵੇ ਸੁਮੇਲ, ਤਾਂ ਬੜੀ ਆਸਾਨੀ ਨਾਲ ਬਾਹਰ ਨਿਕਲ ਕੇ ਸੜਕ 'ਤੇ ਲਿਆਂਦਾ ਜਾ ਸਕਦਾ ਹੈ। ਪਹਿਲੀ ਗੱਲ। ਦੂਜੀ, ਆਪਾਂ ਇਹ ਮੰਨੀਏ, ਮੈਂ ਆਮ ਨਸ਼ਈਆਂ ਨੂੰ ਇਹ ਕਹਿਣਾ ਵੀ ਹੁੰਦਾ ਵੀ ਇਹਨਾਂ ਦਾ ਪ੍ਰਵਾਹ ਹੈ ਜਿਹੜਾ ਨਸ਼ਈਆਂ ਦਾ, ਉਹ ਹੜ੍ਹਾਂ ਦੇ ਪਾਣੀ ਵਰਗਾ ਹੈ। ਜਿਵੇਂ ਹੜ੍ਹ ਨੇ ਨਾ, ਜਦੋਂ ਆਉਂਦੇ ਨੇ, ਜੇ ਇਹਨਾਂ ਦੀ ਰੋਕਥਾਮ ਨਾ ਕੀਤੀ ਜਾਵੇ ਹੜ੍ਹਾਂ ਦੀ, ਇਹ ਸਾਡੇ ਘਰਾਂ 'ਚ ਵੜਨਗੇ, ਇਹ ਸਾਡੇ ਖੇਤਾਂ 'ਚ ਵੜਨਗੇ, ਸਾਡੀ ਬਰਬਾਦੀ ਵੀ ਕਰ ਦੇਣਗੇ। ਪਰ ਜੇ ਉਹ ਹੜ੍ਹਾਂ ਦੇ ਪਾਣੀ ਨੂੰ ਤਰੀਕੇ ਨਾਲ ਬੰਨ੍ਹ ਲਾ ਕੇ ਰਜਵਾਹਿਆਂ 'ਚ ਪਾਇਆ ਜਾਵੇ, ਨਾਲਿਆਂ 'ਚ ਪਾਇਆ ਜਾਵੇ, ਕੱਸੀਆਂ 'ਚ ਪਾਇਆ ਜਾਵੇ, ਨਹਿਰਾਂ 'ਚ ਪਾਇਆ ਜਾਵੇ, ਤਾਂ ਉਹ ਪਾਣੀ ਦੇ ਮਲਟੀਪਲ ਕੰਮ ਲੈ ਸਕਦਾ, ਲਾਹੇਵੰਦ ਹੋ ਸਕਦਾ। ਹੁਣ ਇਹਦਾ ਯੂਥ ਦਾ ਪ੍ਰਵਾਹ ਹੈ ਜਿਹੜਾ, ਉਹ ਇਸੇ ਤਰੀਕੇ ਨਾਲ ਹੈ। ਜੇ ਤਾਂ ਇਹਦੀ ਸਹੀ ਵਰਤੋਂ ਕਰਨ ਵਾਸਤੇ ਇਹ ਸਮਾਜ ਵੀ ਸੁਚੇਤ ਹੋਵੇ, ਮਾਪੇ ਵੀ ਸੁਚੇਤ ਹੋਣ, ਅਧਿਆਪਕ ਵੀ ਸੁਚੇਤ ਹੋਣ, ਬੁੱਧੀਜੀਵੀ ਵਰਗ ਵੀ ਸੁਚੇਤ ਹੋਵੇ, ਸਮੇਂ ਦੀਆਂ ਸਰਕਾਰਾਂ ਵੀ ਸੁਚੇਤ ਹੋਣ। ਖਾਸ ਤੌਰ 'ਤੇ ਮੈਂ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰ ਰਿਹਾ ਹਾਂ। ਅਤੇ ਇਹ ਸਾਰੇ ਸੁਚੇਤ ਹੋਣ ਅਤੇ ਇਹਨਾਂ ਦਾ ਜਿਹੜਾ, ਜਿਵੇਂ ਨਾ ਇੱਕ ਬੋਲ ਨੇ ਸ਼ਾਇਦ ਇਹ ਪਾਸਦੀ ਨੇ ਲਿਖੇ ਹੋਏ ਕਿ ਮੇਰੇ ਹੱਥ ਵਿੱਚ ਬੰਸਰੀ ਅਤੇ ਮੋਢੇ 'ਤੇ ਕੰਬਲੀ ਸੀ। ਅੱਤਵਾਦ ਵੇਲੇ ਸਾਹਮਣੇ ਆਈ ਸੀ ਇਹ ਲੈਣਾ ਕਿ ਮੇਰੇ ਹੱਥ ਵਿੱਚ ਬੰਸਰੀ ਅਤੇ ਮੋਢੇ 'ਤੇ ਕੰਬਲੀ ਸੀ, ਮੈਂ ਸੁੱਤਾ ਵੀ ਨਹੀਂ, ਕਿਤੇ ਗਿਆ ਵੀ ਨਹੀਂ। ਫਿਰ ਮੇਰੇ ਹੱਥ ਵਿੱਚ AK-47 ਅਤੇ ਮੇਰੇ ਮੋਢੇ 'ਤੇ ਮੇਰੀ ਹੀ ਲਾਸ਼ ਕੌਣ ਰੱਖ ਗਿਆ? ਜਦੋਂ ਇਹ ਚੀਜ਼ਾਂ ਸਮਾਜ ਦਾ ਬੁੱਧੀਜੀਵੀ ਵਰਗ ਸੋਚੇਗਾ, ਮਾਪੇ ਸੋਚਣਗੇ, ਅਧਿਆਪਕ ਸੋਚਣਗੇ ਕਿ ਇਹਨਾਂ ਦੇ ਹੱਥਾਂ 'ਚ ਇਹ ਸਮੈਕ ਦੀਆਂ ਪੁੜੀਆਂ ਆਈਆਂ ਕਿੱਥੋਂ ਨੇ, ਇਹਨਾਂ ਦੇ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਆਈਆਂ ਕਿੱਥੋਂ ਨੇ, ਇਹਨਾਂ ਦੇ ਹੱਥ 'ਚ ਚਿੱਟਾ ਆ ਕਿੱਥੋਂ ਗਿਆ। ਸਾਨੂੰ ਇਸ 'ਤੇ ਗੰਭੀਰ ਪ੍ਰਸ਼ਨ ਕਰਨਾ ਪਏਗਾ ਵੀ ਜਵਾਨੀ ਇਸ ਕੰਮ ਵਾਸਤੇ ਤਾਂ ਨਹੀਂ ਜਵਾਨੀ ਆਈ ਵੀ ਐਂ ਇਹ ਕੰਮ ਕਰਦੇ ਫਿਰ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ, ਸਭ ਕੁਝ ਤੋਂ ਮੁਕਤ ਹੋਏ ਹੋਏ ਅਤੇ ਨਸ਼ਿਆਂ ਦੇ ਉੱਤੇ ਰੂੜੀਆਂ 'ਤੇ ਡਿੱਗੇ ਪਏ ਨੇ। ਆਪਣੇ ਸਾਹਮਣੇ ਇੱਕ ਉਦਾਹਰਨ ਲਾਗੇ ਬਡੂਕਾਂ ਦੀ ਹੈ
ਵੀ ਸੜਕ 'ਤੇ ਨੌਜਵਾਨ ਮੁੰਡਾ ਹੈ ਜਿਹੜਾ ਕੂੜੇ ਦੇ ਢੇਰ 'ਚੋਂ ਸਿਰਿੰਜ ਲੱਭ ਰਿਹਾ ਟੀਕਾ ਲਾਉਣ ਵਾਸਤੇ। ਅਤੇ ਜਦੋਂ ਇਹ ਤਾਂ ਠੀਕ ਹੈ ਵੀ ਸੋਸ਼ਲ ਮੀਡੀਆ ਨੇ, ਪੱਤਰਕਾਰ ਨੇ ਸੱਜਣੀ ਹੈ, ਸੁਰਦੀ ਹੈ ਪਿੰਡ ਦਾ, ਵੀ ਜਿਹਨੇ ਉਸ ਇੱਕ ਤੋਂ ਆਈਡੈਂਟੀਫਾਈ ਕਰਦਾ ਅਤੇ 14 ਮੁੰਡੇ ਲੱਭ ਲਏ। 14 ਮੁੰਡਿਆਂ ਤੋਂ 8 ਏਡਜ਼ ਦੇ ਪੇਸ਼ੈਂਟ ਆ ਗਏ, ਅਤੇ ਉਹ ਤਾਂ ਸਿਰਫ 14 ਦੀ ਇੱਕ ਟੀਮ ਸੀ। ਉਹੋ ਜਿਹੇ ਉੱਥੇ 7 ਗਰੁੱਪ ਨੇ, ਉਸ ਪਿੰਡ 'ਚ 7 ਸੀਗੇ। ਗੱਲ ਉਹੀ ਹੁੰਦੀ ਹੈ ਵੀ ਗੁਨਾਹ ਅਸੀਂ ਉਹਨੂੰ ਮਲਦੇ ਹਾਂ ਜਿਹਨੂੰ ਹਵਾ ਲੱਗ ਜਾਂਦੀ ਹੈ, ਅਤੇ ਬਾਕੀ ਦੇ ਗੁਨਾਹ ਤਾਂ ਪਰਦੇ ਥੱਲੇ ਬੜੇ ਕੁਛ ਹੋ ਰਹੇ ਨੇ, ਬਾਕੀਆਂ ਦਾ ਵਿੱਚ ਹੀ ਠੱਲੀ ਰਹਿ ਗਈ। ਈਵਨ ਇਹ ਸੀਗਾ ਜਿਹੜੀ ਠੱਲ ਬਾਅਦ 'ਚ ਪਿੰਡ ਦੀ ਬਦਨਾਮੀ ਤੋਂ ਡਰਿਆ ਗਿਆ, ਉਹ ਤਾਂ ਸਕੂਲ ਦੇ ਵਿਦਿਆਰਥੀ ਵਿੱਚ ਇਹਦੇ ਵਿੱਚ ਸਮਝ ਨਹੀਂ। ਇਹ ਚੀਜ਼ ਹੈ ਜੀ ਵੀ ਇਹਨੂੰ ਜਿਹੜਾ ਰੋਕਣ ਵਾਲੀ ਗੱਲ ਹੈ। ਨਸ਼ਾ ਬਿਲਕੁਲ ਜੀ, ਫਿਰ ਮੈਂ ਇੱਕ ਸੱਜਣ ਦੀਆਂ ਗੱਲਾਂ ਕਰਦਾ ਵੀ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ। ਮੰਨਿਆ ਸਮਾਂ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖਤ ਹਜ਼ਾਰਿਓ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਗੱਲ ਉਹਦੇ ਅੰਦਰ ਦ੍ਰਿੜ ਸ਼ਕਤੀ ਪੈਦਾ ਕਰਨ ਦੀ ਹੈ, ਉਹਦੇ ਅੰਦਰ ਜ਼ਿੰਦਗੀ ਜਿਉਣ ਦਾ ਜਜ਼ਬਾ ਪੈਦਾ ਕਰਨ ਦਾ, ਅਤੇ ਉਸ ਤੋਂ ਬਾਅਦ ਉਹਦਾ ਇਲਾਜ ਹੋ ਸਕਦਾ, ਆਸਾਨੀ ਨਾਲ ਹੋ ਸਕਦਾ। ਪਰ ਇਹ ਹੈ ਕਿ ਜੇ ਅਸੀਂ ਨਸ਼ੇ ਛੱਡਣੇ ਆ, ਨਸ਼ਾ ਨੂੰ ਛੱਡਣ ਦੀ ਜਿਹੜੀ ਹਰ ਕੋਈ ਚਾਹੁੰਦਾ ਕਿਵੇਂ ਛੱਡੀਏ, ਲੋੜ ਆ, ਤਾਂ ਉਸ ਦੇ ਲਈ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਕਿ ਉਹਨਾਂ ਦੇ ਅੰਦਰ ਦ੍ਰਿੜ ਸ਼ਕਤੀ ਹੋਵੇ, ਉਹਦੇ ਅੰਦਰ ਇਹ ਪੈਦਾ ਕਰਨੀ ਹੈ ਨਾ ਜਿਹੜੀ ਦ੍ਰਿੜ ਇੱਛਾ ਸ਼ਕਤੀ ਜੀ। ਇੱਥੇ ਸਿੱਧੂ ਸਾਹਿਬ ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ। ਜਿਹੜੀ ਸਰਕਾਰੀਕਰਨ ਹੋ ਰਿਹਾ ਨਾ, ਉਹਨਾਂ ਦਾ ਹੁੰਦਾ ਵੀ ਅਸੀਂ ਇਹਨਾਂ ਦਾ ਗੋਲੀਆਂ ਦੇ ਕੇ ਇਹਨਾਂ ਦਾ ਸਰੀਰਕ ਕਸ਼ਟ ਦੂਰ ਕਰ ਦਈਏ। ਪਰ ਜਿਵੇਂ ਮੈਂ ਗੱਲ ਕੀਤੀ ਹੈ ਵੀ ਮੇਰੇ ਹੱਥ 'ਚ AK-47 ਅਤੇ ਮੇਰੇ ਮੋਢੇ 'ਤੇ ਮੇਰੀ ਲਾਸ਼ ਕੌਣ ਰੱਖ ਗਿਆ, ਉਹ ਤਾਂ ਉੱਥੇ ਖੜੀ ਹੈ ਗੱਲ। ਉਹਦਾ ਸਰੀਰਕ ਇਲਾਜ ਤਾਂ ਹੋ ਗਿਆ, ਉਹਦਾ ਮਨ ਦਾ ਇਲਾਜ ਤਾਂ ਹੋਇਆ ਨਾ। ਤੋੜ ਉਹਦੀ ਹਟ ਗਈ, ਜਿਹੜੀ ਮਨ ਦੀ ਤੋੜ ਹੈ ਉੱਥੇ ਤਾਂ ਫੋਕਸ ਹੀ ਨਹੀਂ ਹੋਇਆ, ਅਤੇ ਉਹ ਮੁੜ ਕੇ ਫਿਰ ਉਸੇ ਝੰਜਟਾਂ 'ਚ, ਉਸੇ ਝਮੇਲਿਆਂ ਦੇ ਵਿੱਚ ਫਿਰ ਉੱਥੇ ਹੀ ਆ ਜਾਂਦਾ। ਜਿੰਨੀ ਦੇਰ ਨਸ਼ਈ ਨੂੰ ਨਾ ਅਸੀਂ ਧਰਮ ਨਾਲ ਨਹੀਂ ਜੋੜਾਂਗੇ, ਸਾਹਿਤ ਨਾਲ ਨਹੀਂ ਜੋੜਾਂਗੇ, ਕਿਰਤ ਨਾਲ ਨਹੀਂ ਜੋੜਾਂਗੇ, ਤਿੰਨੇ ਸੰਕਲਪ ਜਿੰਨੀ ਦੇਰ ਉਹਨੂੰ ਨਹੀਂ ਦਿੱਤੇ ਜਾਂਦੇ, ਬਸ ਮੈਡੀਸਨ, ਜਿੰਨੀ ਦੇਰ ਚਾਰੇ ਚੀਜ਼ਾਂ ਉਹਨਾਂ ਦੇ ਨਾਲ ਦਾ ਸੁਮੇਲ ਨਹੀਂ ਹੋਏਗਾ, ਨਸ਼ਾ ਮੁਕਤ ਉਹਨੇ ਨਹੀਂ ਹੋਣਾ। ਜੇ ਉਹਦੇ ਕੋਲ ਕਿਰਤ ਦਾ ਸੰਕਲਪ ਹੀ ਨਹੀਂ ਹੈ, ਇੱਥੋਂ ਗੋਲੀਆਂ ਲੈ ਕੇ ਜਾ ਕੇ ਮੰਜੀ ਤੋੜਨਾ ਹੈ, ਜਦੋਂ ਵਿਹਲਾ ਹੋ ਗਿਆ ਵਿਹਲੇ 'ਚੋਂ ਫਿਰ ਬਥੇਰਾ ਕੁਛ ਨਿਕਲ ਜਾਣਾ। ਇਸ ਵਾਸਤੇ ਪਹਿਲਾਂ ਉਹਦੇ 'ਚ ਜ਼ਿੰਦਗੀ ਜਿਉਣ ਦਾ ਚਾਅ, ਜ਼ਿੰਦਗੀ ਜਿਉਣ ਦਾ ਜਜ਼ਬਾ, ਚੰਗੇ ਮਾੜੇ ਦੀ ਪਹਿਚਾਣ ਉਹਦੇ 'ਚ ਆਉਣੀ ਜ਼ਰੂਰੀ ਹੈ। ਮੈਂ ਇੱਥੇ ਛੋਟੀ ਜਿਹੀ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਜੀ, ਮੈਂ ਛੋਟੀ ਜੀ, ਕਿਉਂਕਿ ਰੋਜ਼ ਅੱਜ ਤਾਂ ਸਾਡਾ ਤਾਂ ਕੰਮ ਰੋਜ਼ ਦਾ ਇਹ। ਇੱਕ ਸੱਜਣ ਮੇਰੇ ਕੋਲ ਆਇਆ ਦਫ਼ਤਰ 'ਚ, ਮਾਪਿਆਂ ਨਾਲ ਵੀ ਸਾਨੂੰ ਉਹਨਾਂ ਵਰਗਾ ਬਣਨਾ ਪੈਂਦਾ, ਉਹਨਾਂ ਦੇ ਖੜਨਾ ਪੈਂਦਾ ਵੀ ਅਸੀਂ ਸਾਡੇ ਦਿਲੋਂ ਹਮਦਰਦ ਹਾਂ। ਕਾਉਂਸਲਿੰਗ ਤਾਂ ਮੇਰਾ ਮੁਲਾਜ਼ਮ ਕਰ ਰਿਹਾ ਹੈ, ਮੈਂ ਬਜ਼ੁਰਗਾਂ ਨਾਲ ਗੱਲਾਂ ਕਰਦਾ ਵੀ ਮੈਨੂੰ ਇਹਦੀ ਹਿਸਟਰੀ ਪਤਾ ਲੱਗੇ। ਉਹ ਬਜ਼ੁਰਗ ਜਦੋਂ ਮੈਂ ਗੱਲਾਂ ਕਰ ਰਿਹਾ ਤਾਂ ਉਹਨੂੰ ਹੋਇਆ ਵੀ ਇਹ ਮੇਰਾ ਸੱਚੀ ਮੁੱਚੀ ਦਾ ਹਮਦਰਦ ਹੈ। ਮੈਨੂੰ ਕਹਿੰਦਾ ਜੀ ਮੇਰੀ ਤਕਲੀਫ ਸੁਣੋਗੇ, ਤੁਸੀਂ ਦੁੱਖ ਸੁਣੋਗੇ? ਮੈਂ ਕਿਹਾ ਮੈਂ ਇਸੇ ਕੰਮ ਵਾਸਤੇ ਬੈਠਾ, ਖੁੱਲ੍ਹ ਕੇ ਦੱਸ। ਖੜਾ ਹੋਇਆ ਕੁਰਸੀ ਤੋਂ। ਇਹ ਦਿਖਾਂਤ ਪੰਜਾਬ ਦਾ, ਮੈਂ ਇਕੱਲਾ ਉਹਦਾ ਨਹੀਂ ਕਹਿ ਰਿਹਾ, ਇਹ ਦਿਖਾਂਤ ਸਾਰੇ ਪੰਜਾਬ ਦਾ। ਮੇਰਾ ਵੀ ਉਦੋਂ ਬਹੁਤ ਮਨ ਖਰਾਬ ਹੋਇਆ ਸੀ। ਉਹਨੇ ਮੇਰੇ ਵੱਲ ਪਿੱਠ ਕੀਤੀ, ਪਿੱਠ ਕਰਕੇ ਮਗਰੋਂ ਕਮੀਜ਼ ਚੱਕਿਆ, ਅਤੇ ਨਾਲੇ ਤਾਂ ਰੋ ਰਿਹਾ, ਨਾਲੇ ਕਹਿੰਦਾ ਜੀ ਆਹ ਲਾਸ਼ਾਂ ਦੇ ਨਿਸ਼ਾਨ ਦੇਖ ਰਹੇ ਹੋ, ਇਹ ਮੇਰੇ ਪੁੱਤ ਨੇ ਮੈਨੂੰ ਅੱਜ ਕੁੱਟਿਆ, ਆਹ ਡਾਂਗਾਂ ਦੇ ਨਿਸ਼ਾਨ ਜਿਹੜੇ ਦੇਖਦੇ, ਛੱਲੀਆਂ ਵਾਂਗੂ ਕੁੱਟਿਆ, ਪੈਸੇ ਮੰਗ ਰਿਹਾ ਸੀ। ਫਿਰ ਅੱਜ ਜਿਹੜਾ ਲਿਆਂਦਾ, ਇਹ ਤਾਂ ਪੰਚਾਇਤ, ਲੋਕ, ਰਿਸ਼ਤੇਦਾਰ ਇਕੱਠੇ ਹੋ ਗਏ ਵੀ ਉੱਥੋਂ ਉਹ ਕਰ ਲਓ, ਦਵਾਈ ਵਗੈਰਾ ਦਵਾ ਦਿਓ, ਨਕ ਲਓ। ਇਹ ਤਾਂ ਮੈਂ ਸਰ ਦਵਾਈ ਦਵਾਉਣ ਵਾਸਤੇ ਲੈ ਕੇ ਆਇਆ, ਦਾਖਲ ਦੂਖਲ ਨਹੀਂ ਕਰਨਾ। ਹੁਣ ਮੇਰੇ ਸਾਹਮਣੇ ਤਾਂ ਸਿੱਧੂ ਸਾਹਿਬ ਇੱਕ ਬਾਪ ਤੜਪ ਰਿਹਾ ਨਾ, ਮੈਨੂੰ ਪਤਾ ਵੀ ਇੱਥੇ ਗੋਲੀਆਂ ਦੀਆਂ ਦੇ ਕੇ ਇਹਦਾ ਮਨ ਜਾ ਪਰਚਾਉਣੇ ਆ, ਇਹਦੇ ਛੋਟੀਆਂ ਦੇ ਨਿਸ਼ਾਨ ਤਾਂ ਤੜਕੇ ਨੂੰ ਫੇਰ ਪੈਣੇ ਨੇ, ਇਹ ਤਾਂ ਹੱਲ ਨਹੀਂ ਨਾ ਹੈਗਾ। ਮੈਂ ਉਹਨਾਂ ਨੂੰ ਕਿਹਾ ਨਿਯਮਾਂ ਨੂੰ ਸਿੱਕੇ 'ਚ ਟੰਗੋ, ਮੁਲਾਜ਼ਮਾਂ ਨੂੰ, ਵੀ ਇਹਨੂੰ ਮੁੰਡੇ ਨੂੰ ਫੜ ਕੇ ਦਾਖਲ ਕਰ ਲਓ। ਇਹ ਬਜ਼ੁਰਗਾਂ ਤੋਂ ਕੋਈ ਪੈਸਾ ਪੂਸਾ, ਕੋਈ ਫੀਸ ਨਹੀਂ ਲੈਣੀ, ਇਹ ਤਾਂ ਵਿਚਾਰਾ ਬਿੰਨਿਆ ਪਿਆ ਕਰ। ਮੈਂ ਕਿਹਾ ਬਜ਼ੁਰਗੋ ਤੁਸੀਂ, ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਤੁਸੀਂ ਹੁਣ ਪਲੀਜ਼ ਜਦੋਂ ਮੈਂ ਸੱਦੂਗਾ ਨਾ ਉਦੋਂ ਆਇਓ, ਹੁਣ ਤੁਸੀਂ ਆਇਓ ਨਾ। ਕਹਿੰਦੇ ਤੁਸੀਂ ਦਾਖਲ ਕਰ ਲਿਆ ਜੀ, ਇਹ ਮੈਨੂੰ ਕੁੱਟੂ। ਮੈਂ ਕਿਹਾ ਉਹ ਤਾਂ ਸਾਡੇ ਕੋਲ ਹੈ, ਕੁੱਟੂ ਕਿਵੇਂ? ਪਰਵਾਹ ਨਾ ਕਰੋ, ਤੁਸੀਂ ਜਾਓ ਅਤੇ ਕੋਈ ਫਿਕਰ ਨਾ ਕਰੋ, ਪੈਸਾ ਪੂਸਾ ਕੁਛ ਨਹੀਂ ਲੈਣਾ ਮੈਂ। ਅਤੇ ਮੈਂ ਉਹਨੂੰ ਇੱਕ ਗੱਲ ਕਹੀ ਵੀ ਤੂੰ ਹੁਣ ਐਂ ਕਰੀ, ਨੀਵੀਂ ਪਾ ਕੇ, ਉਹਦਾ ਵਾਰਡ 'ਚ ਭੇਜਤਾ, ਤੂੰ ਨੀਵੀਂ ਪਾ ਕੇ ਚਲਾ ਜਾਏ। ਮੈਂ ਉਹ ਖੜਾ ਕਰਕੇ ਨਾ
ਕਿ ਵੀ ਚੰਗਾ ਜਾ ਤੂੰ। ਮੈਂ ਗੇਟ ਦੇ ਲਾਗੇ ਖੜ ਲਿਆ ਵੀ ਉੱਥੋਂ ਦੀ ਦੇਖੂਗਾ ਉਹ ਬਾੜ ਵਿੱਚ ਦੀ ਵੀ ਰਿਐਕਸ਼ਨ ਕੀ ਹੈ ਉਹਦਾ। ਸਾਨੂੰ ਤਾਂ ਇੱਥੇ ਤੱਕ ਬਰੀਕੀ ਤੱਕ ਜਾਣਾ ਪੈਂਦਾ। ਤੇ ਉਹ ਜਦੋਂ ਬਾਹਰ ਨਿਕਲਿਆ, ਉਹ ਮੁੰਡਾ ਜਿਹੜਾ ਉਹ ਉੱਚੀ ਦੇ ਕੇ ਆਵਾਜ਼ ਦਿੰਦਾ ਵੀ ਚੰਗਾ ਹੁਣ ਭਣੋਈਏ ਨੂੰ ਅੰਦਰ ਤਾਂ ਕਰ ਗਿਆ ਤੂੰ, ਆਪਣੇ ਬਾਪ ਨੂੰ ਕਹਿ ਰਿਹਾ ਆਪਣੇ ਭਣੋਈਏ ਨੂੰ 5-7 ਦਿਨਾਂ ਨੂੰ ਮਿਲ ਜੀ ਆ ਕੇ। ਉਹਦੀ ਨੀਵੀਂ ਪਾਈ ਹੋਈ ਹੈ, ਇੰਜ ਨੀਵੀਂ ਪਾਈ ਤਾਂ ਉਹਦੀ ਪਿੱਠ ਤੋਂ ਇੰਜ ਲੱਗਦਾ ਸੀ ਵੀ ਜਿਵੇਂ ਉਹ ਮਹਿਸੂਸ ਕਰ ਰਿਹਾ, ਮੈਂ ਇੱਕ ਲੇਖਕ ਦੇ ਤੌਰ 'ਤੇ ਗੱਲ ਕਰ ਰਿਹਾ ਵੀ ਜਿਵੇਂ ਉਹ ਐਂ ਮਹਿਸੂਸ ਕਰਦਾ ਹੈ ਵੀ ਮੈਂ ਤਾਂ ਇਹ ਪੁੱਤ ਜੰਮ ਕੇ ਕੋਈ ਬਹੁਤ ਵੱਡਾ ਗੁਨਾਹ ਕਰ ਲਿਆ। ਨੀਵੀਂ ਉਹਦੇ ਥਿੜਕਦੇ ਪੈਰ ਨੇ ਤੇ ਜਾ ਰਿਹਾ ਵਿਚਾਰਾ ਇੱਧਰ। ਇਹ 'ਤੇ ਫਿਰ ਮੈਂ ਫੋਕਸ ਕੀਤਾ, ਸਟਾਫ ਨੂੰ ਵੀ ਕਿਹਾ ਵੀ ਆਹ ਪੋਜੀਸ਼ਨ ਹੈ, ਕਿਸੇ ਦਾ ਘਰ ਬਸਾਓ ਆਪਾਂ, ਅਤੇ ਇਹਦੀ ਸੋਚ ਨੂੰ ਬਦਲਣਾ ਹੈ। ਜਿਹੜੀ ਇਹਦੀ ਆਹ ਸੋਚ ਹੈ, ਇਹਨੇ ਤਾਂ ਬਾਪ ਨੂੰ ਵੀ ਕੁੱਟਿਆ। ਇਹ ਮੈਨੂੰ ਇੱਕ ਦੋ ਕਈ ਵਾਰੀ ਦੂਜੀਆਂ ਗੱਲਾਂ ਵੀ ਆਉਂਦੀਆਂ ਨੇ ਵੀ ਸਰ ਜੇ ਬਾਪ ਨੂੰ ਕੁੱਟਿਆ ਤਾਂ ਆਪਾਂ ਨੂੰ ਕੀ ਸਮਝੂ ਹੈ। ਮੈਂ ਕਿਹਾ ਨਹੀਂ ਕੋਈ ਨਹੀਂ, ਆਪਾਂ ਆਪਣਾ ਕਰਮ ਹੈ ਅਤੇ ਆਪਣਾ ਤਾਂ ਇਸ ਕੰਮ ਵਾਸਤੇ ਹੈ ਨਾ ਆਪਾਂ। ਉਦੋਂ ਬਾਅਦ ਮੈਂ ਉਹਨੂੰ 5 ਦਿਨ 4 ਦਿਨ ਤੋਂ ਬਾਅਦ ਉਹਨੂੰ ਇੱਕ ਦਿਨ ਮੈਂ ਇੱਕ ਪ੍ਰਸ਼ਨ ਕੀਤਾ ਬੈਠਦੇ ਨੂੰ, ਗੱਲਾਂ ਮੈਂ ਕਰਦਾ ਰਿਹਾ ਉਹਨੂੰ ਮਾਤਾ ਪਿਤਾ ਦਾ ਕੀ ਹੋਣਾ ਚਾਹੀਦਾ ਹੈ, ਬੰਦੇ ਨੂੰ ਕੀ ਕਰਨਾ ਚਾਹੀਦਾ ਹੈ, ਦੁਨੀਆ 'ਤੇ ਆਇਆ ਅਤੇ ਉਹਦੇ ਕਰਮ ਕੀ ਨੇ। ਉਹ ਬੜਾ ਧਿਆਨ ਨਾਲ ਸੁਣਦਾ ਲੱਗਿਆ। ਘੰਟਾ ਕੁ 1.5 ਘੰਟਾ ਮੈਂ ਬਾਅਦ ਸ਼ਾਮ ਨੂੰ ਮੈਂ ਆਪ ਹੀ ਲਾਉਣਾ ਇਹਨਾਂ ਨਾਲ। ਅਤੇ ਉਸ ਤੋਂ ਪਿੱਛੋਂ ਮੈਂ ਉਹਨੂੰ ਇੱਕ ਵਾਰੀ ਪ੍ਰਸ਼ਨ ਪੁੱਛਿਆ, ਮੈਂ ਕਿਹਾ ਬੇਟੇ, ਉਹਦਾ ਨਾਮ ਗੁਰਮੁਖ ਸੀਗਾ, ਕਿ ਗੁਰਮੁਖ ਇੱਕ ਦੱਸ ਗੱਲ, ਨਾਂ ਵੀ ਤੇਰਾ ਗੁਰਮੁਖ ਦਾ ਮਤਲਬ ਹੈ ਵੀ ਗੁਰੂ ਦਾ ਪਿਆਰਾ ਹੈ ਅਤੇ ਨਾਂ ਦੀ ਤਾਂ ਖਾਦੀ ਕੜੀ ਤੇ। ਤੂੰ ਇੱਕ ਗੱਲ ਦੱਸ ਪੁੱਤ, ਵਿਆਹਿਆ ਹੋਇਆ ਤੂੰ, ਜੇ ਆਪਾਂ ਐਂ ਕਹੀਏ ਵੀ ਜਿਹੜੀ ਘਰ ਵਾਲੀ ਨੇ ਤੇਰੇ ਪਿੱਛੇ ਘਰ-ਬਾਰ ਛੱਡ ਕੇ ਆ ਗਈ ਅਤੇ ਤੈਨੂੰ ਮੈਂ ਤੁਲਨਾ ਕਰਨਾ ਵੀ ਤੂੰ ਉਹਦਾ ਵਧੀਆ ਪਤੀ ਹੈ, ਤੂੰ ਕੀ ਜਵਾਬ ਦੇਵੇਂਗਾ ਜੇ ਤੈਨੂੰ ਕਹੀਏ ਵੀ ਪਤੀ ਵਾਲੇ ਜਿਹੜੇ ਫਰਜ਼ ਹੋਣੇ ਚਾਹੀਦੇ ਨੇ, ਵਧੀਆ ਪਤੀ ਨਹੀਂ ਸਰ। ਚਲੋ ਤੇਰਾ ਬਾਪ ਰੋਂਦਾ ਗਿਆ, ਮੈਂ ਨਹੀਂ ਕਿਹਾ ਵੀ ਤਾਂ ਕੁੱਟਿਆ ਸੀ, ਰੋਂਦਾ ਗਿਆ ਉਹ ਪੁੱਤ, ਅਤੇ ਤੂੰ ਆਪਣੇ ਮਾਂ ਬਾਪ ਦਾ ਵਧੀਆ ਪੁੱਤ ਹੈਗਾ ਨਹੀਂ ਸਰ। 2 ਬੱਚੇ ਨੇ ਤੇਰੇ, ਉਹਨਾਂ ਦਾ ਵਧੀਆ ਬਾਪ ਹੈ। ਫਿਰ ਦੱਸ ਤੂੰ ਜਨਮ ਲੈ ਕੇ ਕੀਤਾ ਕੀ ਹੈ। ਅਤੇ ਉਹ ਮੇਰੇ ਸਾਹਮਣੇ ਤਾਂ ਮਾਰ ਰੋ ਰਿਹਾ ਉਹ ਬੰਦਾ, ਐਂ ਪਰਲ ਹੰਝੂ ਪੈਂਦੇ ਨੇ। ਉਹੀ ਸਾਡਾ ਪ੍ਰਾਪਤੀ ਹੈ ਵੀ ਇੱਕ ਜਿਹੜਾ ਜ਼ਿੰਦਗੀ ਨੂੰ ਕੁਝ ਸਮਝਦੀ ਨਹੀਂ, ਉਹ ਪਛਤਾਪ ਤਾਂ ਆ ਗਿਆ ਸਾਹਮਣੇ, ਅਥਰੂ ਆ ਗਏ ਉਹਦੇ ਨੈਣਾਂ 'ਚ। ਉਸ ਤੋਂ ਪਿੱਛੋਂ 15 ਦਿਨ 16 ਦਿਨ ਲੰਘ ਗਏ। ਉਦੋਂ ਬਾਅਦ ਮੈਨੂੰ ਮੁੰਡੇ ਦੱਸਿਆ ਕਰਨ ਜਿਹੜੇ ਅੰਦਰ ਨੇ ਵੀ ਸਾਰੇ ਰੋਣ ਲੱਗ ਜਾਂਦਾ ਹੁੰਦਾ ਰਾਤਾਂ ਬੈਠ ਕੇ ਕਈ ਵਾਰੀ। ਮੈਂ ਕਿਹਾ ਕੋਈ ਗੱਲ ਨਹੀਂ। ਫਿਰ ਇੱਕ ਦਿਨ ਕਹਿੰਦਾ ਮੈਂ ਤੁਹਾਡੇ ਨਾਲ ਅੱਡ ਗੱਲ ਕਰਨੀ ਹੈ ਜੀ। ਮੈਂ ਕਿਹਾ ਦੱਸ। ਮੈਨੂੰ ਜੀ ਮੇਰੇ ਬਾਪੂ ਜੀ ਨੂੰ ਮਿਲਾ ਦਿਓ। ਮੈਂ ਕਿਹਾ ਤੂੰ ਕਹੇਂਗਾ ਤੇਰੇ ਬਾਪੂ ਜੀ ਨੂੰ ਵੀ ਮੈਂ ਤਾਂ ਜਾਣਾ ਹੈ। ਕਹਿੰਦਾ ਸਰ ਬਾਦ ਹੈ, ਮੈਂ ਨਹੀਂ ਕਹਾਂਗਾ। ਉਹਨੂੰ ਗਾਲਾਂ ਕੱਢੇਗਾ ਨਹੀਂ ਸਰ, ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਮੈਂ ਤਾਂ ਮਾਫੀ ਮੰਗਣੀ ਹੈ। ਮੈਨੂੰ ਬੜਾ ਸਕੂਨ ਜਿਹਾ ਮਿਲਿਆ ਇਹ ਚੀਜ਼ ਨੇ। ਅਤੇ ਮੈਂ ਕਿਹਾ ਕੋਈ ਨਹੀਂ। ਮੈਂ ਅਗਲੇ ਦਿਨ ਮੈਂ ਉਹਦੇ ਫਾਦਰ ਨੂੰ ਟੈਲੀਫੋਨ ਕੀਤਾ ਅਤੇ ਬਾਪ ਬੋਲਦਾ ਹੈ। ਮੈਂ ਕਿਹਾ ਵੀ ਤੂੰ ਮੈਨੂੰ ਮਿਲ ਜਾ। ਮੈਂ ਨਹੀਂ ਕਿਹਾ ਵੀ ਮੁੰਡੇ ਨੂੰ ਮਿਲ ਜਾ। ਕਹਿੰਦਾ ਜੀ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਉਹ ਠੀਕ ਠਾਕ ਹੈ, ਜਿਉਂਦਾ ਹੈ। ਮੈਂ ਕਿਹਾ ਜਿਉਂਦਾ। ਕਹਿੰਦਾ ਫਿਰ ਮੈਂ ਮਿਲ ਕੇ ਕੀ ਲੈਣਾ ਹੈ, ਮੈਂ ਉਹਨੂੰ ਨਹੀਂ ਮਿਲਣਾ। ਤੁਹਾਡੇ ਰਾਹੀਂ ਮੈਂ ਪੁੱਛ ਲਿਆ, ਹੁਣ ਮੈਂ ਕੀ ਕਰਨਾ, ਉਹਨੇ ਪੈਸਾ ਤੁਸੀਂ ਲੈਣਾ ਨਹੀਂ ਮੇਰੇ ਤੋਂ, ਅਤੇ ਮੈਂ ਹੁਣ ਕੀ ਕਰਨਾ ਹੋਊਗਾ, ਮੈਂ ਨਹੀਂ ਆਉਣਾ। ਅਸਲੀ ਉਹ ਡਰ ਸੀ ਉਹਦੇ ਅੰਦਰ। ਮੈਂ ਕਿਹਾ ਨਹੀਂ ਕੋਈ ਨਹੀਂ, ਮੈਂ ਤੂੰ ਇੱਕ ਵਾਰੀ ਆ ਜਾ, ਜ਼ਰੂਰੀ ਹੈ। ਉਹ ਆ ਗਿਆ। ਆਉਣ ਤੋਂ ਬਾਅਦ ਮੇਰੇ ਕੋਲ ਬੈਠਣ ਤੋਂ ਬਾਅਦ ਜਦੋਂ ਮੈਂ ਉਹਨੂੰ ਕਿਹਾ ਨਾ ਇਹ ਆਪਣੇ ਮੁਲਾਜ਼ਮ ਨੂੰ ਵੀ ਗੁਰਮੁਖ ਨੂੰ ਬੁਲਾਈ, ਅਤੇ ਉਹ ਗੁਰਮੁਖ ਨੂੰ ਜਦੋਂ ਨਾਂ ਲਿਆ ਨਾ ਕੰਬਿਆ ਉਹ ਫਾਦਰ। ਦੇਖੋ ਜਿਹਨੇ ਜਨਮ ਦਿੱਤਾ ਆਪਣੇ ਪੁੱਤ ਨੂੰ, ਕਹਿੰਦਾ ਸਰ ਉਹੀ ਗੱਲ ਹੋ ਗਈ ਨਾ, ਫਿਰ ਇੱਥੇ ਉਹੀ ਕੰਮ ਹੋਊਗਾ। ਮੈਂ ਕਿਹਾ ਨਹੀਂ ਹੁੰਦਾ, ਕੋਈ ਗੱਲ, ਮੈਂ ਬੈਠਾ ਦੀ ਗੱਲ ਕਿ ਨਹੀਂ ਹੋਈ। ਉਹਨੂੰ ਗੁਰਮੁਖ ਨੂੰ ਬੁਲਾਇਆ। ਉਹਨੂੰ ਪਤਾ ਨਹੀਂ ਲੱਗਿਆ ਵੀ ਮੇਰਾ ਫਾਦਰ ਉੱਥੋਂ ਹੀ ਆ ਗਿਆ। ਉਹ ਦੇਖਿਆ ਨਹੀਂ, ਕਮਰੇ 'ਚ ਹੀ। ਜਦੋਂ ਆਇਆ ਬੜੀ ਤਹਿਜੀਬ ਨਾਲ ਆ ਕੇ ਵੀ ਮੈਂ ਅੰਦਰ ਆ ਜਾ ਸਰ। ਉਹ ਤਾਂ ਉਹਦੇ ਵਿੱਚੋਂ ਲੋਪਣਾ ਹੋ ਗਿਆ ਨਾ, ਰਾਖਸ਼ਪਣਾ ਤਾਂ। ਮੈਂ ਕਿਹਾ ਆ ਜਾ ਬੇਟਾ। ਉਹਨੇ ਜਦੋਂ ਅੱਗੇ ਆਪਣੇ ਬਾਪ ਨੂੰ ਦੇਖਿਆ ਨਾ, ਕੁਛ ਨਹੀਂ, ਉਹ ਸੀਨ ਦੇਖਣ ਵਾਲਾ ਸੀ। ਉਹ ਅੱਖਾਂ ਮੇਰੀਆਂ ਵੀ ਭਰ ਆਈਆਂ। ਉਹ ਪੈਰਾਂ 'ਚ ਡਿੱਗਿਆ, ਉੱਚੀ ਉੱਚੀ ਰੋ ਰਿਹਾ ਹੈ, ਬਾਪੂ ਮੇਰੀ ਤੋਂ ਗਲਤੀ ਹੋ ਗਈ, ਬਾਪੂ ਮੈਂ ਤੇਰੇ ਨਾਲ ਬਹੁਤ ਧੱਕੇ ਕਰਦਾ ਰਿਹਾ, ਬਾਪੂ ਮੈਂ ਤੈਨੂੰ ਕੁੱਟਦਾ ਰਿਹਾ। ਅਤੇ ਬਾਪ ਹੈ ਜਿਹੜਾ ਉਹ ਵੀ ਰੋ ਰਿਹਾ ਹੈ।
ਉਹਨੂੰ ਉੱਠ ਕੇ ਜੱਫੀ ਪਾ ਰਿਹਾ ਹੈ, ਬਾਪ ਪੁੱਤ ਦੀ ਉਹ ਮਿਲਣੀ ਹੈ, ਉਹੀ ਬਾਪ ਹੈ, ਉਹੀ ਪੁੱਤ ਹੈ। ਇਹ ਬੜੇ ਸਕੂਨ ਦੇ ਪਲ ਆਉਂਦੇ ਨੇ ਸਾਡੇ ਹਿੱਸੇ ਜਦੋਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ। ਇਹ ਮੈਂ ਸਮਝਦਾ ਇਹ ਅਸਲੀ ਹੈ। ਜੇ ਹੁਣ ਇਹੀ ਗੋਲੀਆਂ ਨਾਲ ਆਪਾਂ ਕਹਿੰਦੇ ਜੇਬ 'ਚੋਂ ਪੈਸੇ ਕਢਾਉਂਦੇ, ਫਿਰ ਇਲਾਜ ਨਹੀਂ ਸੀ। ਵੀ ਨਸ਼ੇ ਛੱਡੇ ਜਾ ਸਕਦੇ ਪਰ ਇਸ ਲਈ ਜ਼ਰੂਰੀ ਹੈ ਕਿ ਉਸ ਦੇ ਅੰਦਰ ਇੱਕ ਕਿਸੇ ਸਪਿਰਿਟ ਪੈਦਾ ਕੀਤੀ ਅੰਦਰ ਹਾਂ ਉਹਦੇ ਅੰਦਰ ਇੱਕ ਅਸਲੀ ਮਨੁੱਖ ਜਿਹੜਾ ਉਹਦਾ ਮਰਿਆ ਪਿਆ ਅੰਦਰਲਾ ਉਹਨੂੰ ਜਗਾਉਣਾ ਪਏਗਾ। ਅੱਛਾ ਸ਼ਰਮਾ ਜੀ, ਕਈ ਥਾਵਾਂ 'ਤੇ ਗੱਲਾਂ ਆਮ ਸਮਾਜ ਦੇ ਵਿੱਚ ਕੀਤੀਆਂ ਵੀ ਜਾਂਦੀਆਂ ਨੇ ਵੀ ਜਦੋਂ ਕਹਿੰਦੇ ਵੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਇਸ ਤਰ੍ਹਾਂ ਦੇ ਜਿੱਥੇ ਕਿ ਆਪਾਂ ਛੱਡ ਦਿੰਦੇ ਨਸ਼ਈਆਂ ਨੂੰ, ਉੱਥੇ ਕਹਿੰਦੇ ਵੀ ਜਿਹੜੇ ਨਸ਼ੇ ਵੀ ਹੀ ਉੱਥੇ ਵੀ ਜਿਹੜੇ ਦਵਾਈਆਂ ਦੇ ਰੂਪ ਵਿੱਚ ਨਸ਼ੇ ਦਿੱਤੇ ਜਾਂਦੇ ਆ, ਕੀ ਇਹ ਸੱਚ ਹੈ ਜਾਂ ਇਹ ਜ਼ਰੂਰੀ ਹੁੰਦਾ, ਕਿਸ ਤਰ੍ਹਾਂ ਦਾ? ਦੇਖੋ ਦੋ ਤਿੰਨ ਚੀਜ਼ਾਂ ਨੇ ਜੀ। ਜਿਹੜੀ ਤਾਂ ਇੱਕ ਤਾਂ ਇਹ ਵੀ ਹੈ ਵੀ ਇੱਕ ਮੇਰਾ ਆਰਟੀਕਲ ਅਖਬਾਰ ਛਪਿਆ ਸੀ ਵੀ ਕਿਹੋ ਜਿਹੇ ਹੋਣੇ ਚਾਹੀਦੇ ਨੇ ਨਸ਼ਾ ਛਡਾਊ ਕੇਂਦਰ। ਮੈਂ ਉੱਥੇ ਵੀ ਇਹ ਕਿਹਾ ਸੀਗਾ ਵੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ ਨੂੰ ਜਦੋਂ ਦਵਾਈ ਦੀ ਲੋੜ ਹੈ ਉਦੋਂ ਦਵਾਈ ਦੇਵੋ, ਉਹ 'ਚ ਨਸ਼ਾ ਨਹੀਂ ਹੋਣਾ ਚਾਹੀਦਾ। ਇਹਨਾਂ ਦੇ ਤੋੜ ਦਾ ਇਲਾਜ ਹੋਣਾ ਚਾਹੀਦਾ, ਸਰੀਰਕ ਤੋੜ ਦਾ। ਪਲੱਸ ਇਹਨਾਂ ਨੂੰ ਧਰਮ ਨਾਲ ਜੋੜੋ, ਸਾਹਿਤ ਨਾਲ ਜੋੜੋ, ਕਿਰਤ ਨਾਲ ਜੋੜੋ, ਜ਼ਿੰਦਗੀ ਜਿਉਣ ਦਾ ਚਾਹ ਭਰੋ ਇਹਨਾਂ ਦੇ ਅੰਦਰ। ਅਤੇ ਇਹ ਥਿੜਕੇ ਹੋਏ ਬੰਦੇ ਨੇ, ਇਹ ਜੇ ਕੁੱਟਮਾਰਾਂ ਨਾਲ ਜੇ ਇਹਨਾਂ ਨੇ ਹੋਣਾ ਹੁੰਦਾ, ਇੱਕ ਤਾਂ ਸਰੀਰਕ ਇਲਾਜ ਹੈ, ਇੱਕ ਮਨ ਦਾ ਇਲਾਜ ਹੈ। ਸਰੀਰਕ ਇਲਾਜ ਨੇ ਜਿਹੜੀਆਂ ਦਵਾਈਆਂ ਕਰਦੀਆਂ ਨੇ, ਮਨ ਦਾ ਇਲਾਜ ਹੈ ਜਿਹੜਾ ਉਹ ਇਹਨਾਂ ਨੂੰ ਚੰਗੀ ਐਜੂਕੇਸ਼ਨ, ਚੰਗੀ ਤਹਿਜੀਬ, ਚੰਗੇ ਸੰਸਕਾਰ ਦਿੱਤੇ ਜਾਣਗੇ। ਅਤੇ ਜਿਵੇਂ ਬਾਪ ਨੂੰ ਆਪਣੀ ਔਲਾਦ ਵਾਸਤੇ ਰੋਲ ਮਾਡਲ ਹੋਣਾ ਪੈਂਦਾ ਹੈ, ਐਂ ਜਿਹੜਾ ਇਲਾਜ ਕਰਦਾ ਉਹਨੂੰ ਵੀ ਰੋਲ ਮਾਡਲ ਬਣਨਾ ਪਏਗਾ। ਉਹਨੂੰ ਹੋਣਾ ਚਾਹੀਦਾ ਵੀ ਮੈਂ ਕੁਛ ਹੈਗਾ। ਅਤੇ ਜੇ ਉਹਦੀ ਆਪਣੀ ਕੋਈ ਕਮਜ਼ੋਰੀ ਉਹਨਾਂ 'ਚ ਆ ਗਈ ਤਾਂ ਉਹਨਾਂ ਨੇ ਨਹੀਂ ਠੀਕ ਹੋਣਾ, ਤਾਂ ਕੋਡ ਕਰਨਗੇ, ਤਾਂ ਕਾਪੀ ਕਰਦੇ ਨੇ ਉਹਦਾ। ਵੀ ਜਦੋਂ ਇਹ ਚੀਜ਼ਾਂ ਆ ਜਾਣਗੀਆਂ, ਜਿਹੜਾ ਕੁੱਟਮਾਰ ਹੈ, ਮੈਂ ਖੁੱਲ੍ਹੇ ਤੌਰ 'ਤੇ ਗੱਲ ਕਰਦਾ, ਜੇ ਕੁੱਟਮਾਰ ਨਾਲ ਨਸ਼ਈ ਨੇ ਠੀਕ ਹੋਣਾ ਹੁੰਦਾ ਤਾਂ ਫਿਰ ਤਾਂ ਘਰ ਹੀ, ਫਿਰ ਤਾਂ ਨਹੀਂ ਥਾਣੇ 'ਚੋਂ ਫਿਰ ਤਾਂ ਵਧੀਆ ਬੰਦੇ ਬਣ ਕੇ ਨਿਕਲਦੇ, ਜੇਲ੍ਹਾਂ 'ਚੋਂ ਵਧੀਆ ਬੰਦੇ ਬਣ ਕੇ ਨਿਕਲਣੇ ਸੀ। ਫਿਰ ਤਾਂ ਉੱਥੇ ਵਿਗੜ ਕੇ ਕਿਉਂ ਆਉਂਦੇ? ਕੁੱਟਮਾਰ ਇਹਨਾਂ ਦਾ ਨਹੀਂ ਹੈ ਇਲਾਜ, ਬਿਲਕੁਲ ਨਹੀਂ। ਇਹ ਜ਼ਿੰਦਗੀ ਦੇ ਖਲਨਾਇਕ ਨਹੀਂ ਹਨ ਜਿਹੜੇ ਬਣਾਏ ਗਏ ਨੇ। ਪਰ ਜੇਲ੍ਹਾਂ ਭਰਤੀਆਂ ਇਹਨਾਂ ਦੀਆਂ। ਅਸਲੀ ਜਿਹੜੇ ਬੰਦੇ ਨੇ, ਅਸਲੀ ਨਸ਼ਾ ਵੇਚਣ ਵਾਲਿਆਂ ਨੂੰ ਹੱਥ ਨਹੀਂ ਪਾਇਆ, ਇਹਨਾਂ ਨੂੰ ਹੱਥ ਪਾ ਲਿਆ ਜਿਹੜੇ ਪਰਚੂਨ 'ਚ ਖਾਂਦੇ ਨੇ। ਅਤੇ ਇਹਨਾਂ ਨੂੰ ਇੰਨੇ ਅਸੀਂ ਫੜ ਲਏ, ਇੰਨੇ ਗ੍ਰਾਮ ਫੜ ਲਈ, ਇਹਨਾਂ ਨੂੰ ਬਣਾ ਕੇ ਖਲਨਾਇਕ ਬਣਾਤਾ। ਅਸਲੀ ਇਹ ਖਲਨਾਇਕ ਨਹੀਂ, ਇਹ ਜ਼ਿੰਦਗੀ ਦੇ ਪੀੜਤ ਵਿਅਕਤੀ ਨੇ। ਇਹਨਾਂ ਨੂੰ ਪੀੜਤਾਂ ਵਾਲਾ ਵਰਤਾਓ ਕਰਨਾ ਚਾਹੀਦਾ ਹੈ, ਦੁਖੀ ਵਿਅਕਤੀਆਂ ਵਾਲਾ ਵਰਤਾਓ ਕਰਕੇ ਇਹਨਾਂ ਨੂੰ ਮੁੱਖ ਧਾਰਾ 'ਚ ਲਿਆਉਣਾ ਚਾਹੀਦਾ ਹੈ। ਡਾਂਗ ਸੋਟੇ ਇਹਨਾਂ ਦਾ ਇਲਾਜ ਨਹੀਂ ਹੈ, ਬਿਲਕੁਲ ਨਹੀਂ। ਮੈਂ ਉਹਦੇ ਨਾਲ 1% ਵੀ ਐਗਰੀ ਨਹੀਂ। ਜਿਹੜਾ ਮੇਰਾ ਪ੍ਰਸ਼ਨ ਸੀ ਵੀ ਦਵਾਈਆਂ ਦਿੱਤੀਆਂ ਜਿਹੜੀਆਂ ਜਾਂਦੀਆਂ, ਕੀ ਉਹਦੇ 'ਚ ਪਹਿਲਾਂ ਕਿਸੇ ਵੀ ਕੇਸ ਦੇ ਵਿੱਚ ਜਾਂ ਸਾਰਿਆਂ ਲਈ ਮਾਤਰਾ ਦਿੱਤੀ ਜਾਂਦੀ ਹੈ ਕੁਛ ਨਸ਼ਿਆਂ ਦੀ? ਹਾਂ, ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਉਹ ਸਰਕਾਰੀ ਹੈਗੀ ਹੈ। ਉਹ ਪ੍ਰਾਈਵੇਟ ਸੈਂਟਰਾਂ ਦੇ ਵਿੱਚ, ਪ੍ਰਾਈਵੇਟ ਸੈਂਟਰ ਦੂਸਰੇ ਜਿਹੜੇ ਮਾਨਤਾ ਪ੍ਰਾਪਤ ਨੇ, ਉੱਥੇ ਆਪਾਂ ਕਹਿ ਸਕਦੇ ਹਾਂ ਵੀ ਜਾਂ ਉੱਥੇ ਹੈਗੀ ਹੈ। ਸੰਗਰੂਰ ਦੇ ਵਿੱਚ ਇੱਕ ਆਪਣਾ ਸਰਕਾਰੀ ਹਸਪਤਾਲ ਹੈ, 3 ਕੁ ਇੱਥੇ ਪ੍ਰਾਈਵੇਟ ਨੇ। ਦਵਾਈ ਹੈ ਜਿਹੜੀ, ਉਹਦਾ ਨਾਮ ਬੁਪਰੀ ਨਾਰਫਿਨ ਜਾਂ ਓਡੋਨੋਕ ਹੈ। ਅੱਛਾ, ਜਿਹਨੂੰ ਅਸੀਂ ਜੀਭ 'ਤੇ ਰੱਖਣ ਵਾਲੀ ਦਵਾਈ ਕਹਿ ਦਿੰਦੇ ਹਾਂ। ਅੱਛਾ, ਇਹ ਜਿਹੜੀ ਇੰਟਰੋਡਿਊਸ ਹੋਈ, ਬੜੀ ਇੰਟਰਸਟਿੰਗ ਗੱਲ ਹੈਗੀ ਹੈ ਵੀ ਜਿਹੜੀਆਂ ਇਲੈਕਸ਼ਨਾਂ ਪਾਰਲੀਮੈਂਟ ਦੀਆਂ 2014 'ਚ ਹੋਈਆਂ ਸੀ, ਉਦੋਂ ਬਾਦਲ ਮਿਨਿਸਟਰੀ ਹੁੰਦੀ ਸੀ ਪੰਜਾਬ 'ਚ। ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤਾਂ ਉਹਦੇ ਵਿੱਚ 12.5% ਵੋਟ ਬੈਂਕ ਨੂੰ ਖੋਰਾ ਲੱਗਿਆ ਸੀ, ਅਕਾਲੀਆਂ ਨੂੰ। ਅਤੇ ਉਦੋਂ ਜਦੋਂ ਐਨਾਲਿਸਿਸ ਕੀਤਾ ਗਿਆ ਵੀ ਕਾਰਨ ਕੀ ਹੈ, ਉਦੋਂ ਇਹ ਹੈ ਵੀ ਲੋਕਾਂ ਨੇ ਨਸ਼ੇ ਦੇ ਵਿਰੁੱਧ ਬਗਾਵਤ ਕੀਤੀ ਸੀ। ਲੋਕਾਂ ਨੇ ਕਿਹਾ ਸੀ, ਸਿਵਿਆਂ ਦੇ ਵਿੱਚ ਬੈਠ ਕੇ ਵੀ ਲੋਕਾਂ ਨੇ ਰੋਸ ਪੱਤਰ ਪਾਏ ਹੋਏ ਸੀ। ਅਤੇ ਇਹਨਾਂ ਨੂੰ ਹੋਇਆ ਵੀ ਜੇ ਆਹੀ ਕੁਛ ਰਿਹਾ, ਕੱਲ੍ਹ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆਉਣੀਆਂ ਨੇ, ਵੀ ਅਸੀਂ ਤਾਂ ਗੱਲ ਬਣਨੀ ਨਹੀਂ। ਉਹਨੂੰ ਕਵਰ ਕਰਨ ਵਾਸਤੇ ਕੋਈ ਲੋਕਾਂ ਦਾ ਹਿੱਤ ਕੁਛ ਨਹੀਂ ਸੀ। ਅੱਛਾ, ਉਹ ਜਿਹੜੀ ਦਵਾਈ ਹੈ, ਉਸ ਦਵਾਈ ਜਿਹੜੀ ਬੁਪਰੀ ਨਾਰਫਿਨ ਤੇ ਓਡੋਨੋਕ ਦੀ ਦਵਾਈ ਕਹਿੰਦੇ ਆ, ਉਹਨੂੰ ਪੇਂਡੂ ਲੋਕ ਬਾਦਲ ਦੀ ਦਵਾਈ ਕਹਿੰਦੇ ਸੀ, ਬਾਦਲ ਵਾਲੀ ਦਵਾਈ। ਅੱਛਾ, ਜਦੋਂ ਜਾ ਕੇ ਲੈਣੇ ਸੀ ਨਾ, ਹਸਪਤਾਲਾਂ 'ਚ ਵੀ ਜਾਂਦੇ, ਸਾਡੇ ਕੋਲ ਵੀ ਆ ਜਾਂਦੇ ਸੀ। ਤਾਂ ਇੰਟਰੋਡਿਊਸ ਲਾਈਨਾਂ ਲੱਗੀਆਂ ਸੀ, ਜਿਹੜੀਆਂ ਲਾਈਨਾਂ ਲੱਗੀਆਂ, ਟੈਂਟ ਲੱਗੇ ਹੋਏ ਸੀ। ਅਤੇ ਆਮ ਸਾਡੇ ਕੋਲ ਆ ਕੇ ਨਾ ਐਂ ਕਹਿੰਦੇ, ਕਿਉਂਕਿ ਅਸੀਂ ਉਹ ਦਵਾਈ ਇੰਟਰੋਡਿਊਸ ਨਹੀਂ ਕੀਤੀ। ਅੱਛਾ, ਉਹ ਇਸ ਤਰੀਕੇ ਨਾਲ ਹੈਗੀ ਹੈ ਵੀ ਉਹਦਾ ਨਾਂ ਸਿੱਧੂ ਸਾਹਿਬ ਬੁਪਰੀ ਨਾਰਫਿਨ ਹੈ। ਨਾਰਫਿਨ ਜਾਂ ਮਾਰਫਿਨ ਦਾ ਸਾਲਟ ਹੈ ਉਹ। ਅਤੇ ਜਦੋਂ ਆਪਾਂ ਮਾਰਫਿਨ ਦਾ ਸਾਲਟ ਹੈ ਜਿਹੜਾ, ਉਹ ਤਾਂ ਵਰਤਿਆ ਉਦੋਂ ਜਾਂਦਾ ਹੈ ਜਦੋਂ ਮੇਜਰ ਸਰਜਰੀ ਹੋਣੀ ਹੈ ਜਾਂ ਲੇਡੀਜ਼ ਦੇ ਬੱਚਾ ਹੋਣਾ ਹੈ, ਅਤੇ ਉਹ ਸਾਲਟ ਉਹਨੂੰ ਦਿੱਤਾ ਜਾਂਦਾ ਹੈ।
ਦਿੱਤਾ ਤਾਂ ਇਸ ਕਰਕੇ ਜਾਂਦਾ, ਉਹ ਤਾਂ ਉਦੋਂ ਮੈਡੀਸਨ ਹੈ ਵੀ ਉਹ ਤੜਪ ਰਿਹਾ, ਮਰ ਨਾ ਜਾਵੇ ਕਿਤੇ, ਉਦੋਂ ਟੈਂਪਰੇਰੀ ਫੇਜ਼ ਵਾਸਤੇ ਹੈ। ਇਹਨੂੰ ਉਹਨਾਂ ਨੇ ਇਲਾਜ ਦਾ ਹਿੱਸਾ ਬਣਾ ਲਿਆ। ਇਲਾਜ ਦਾ ਹਿੱਸਾ ਜਿਹੜਾ ਬਣਾਇਆ ਹੈ ਉਹ ਤਾਂ ਸਿਰਫ ਇੱਕ ਹੈ ਵੀ ਜਰੂੰਦੇ ਹੋਏ ਬੱਚੇ ਨੂੰ ਟੌਫੀਆਂ ਦੇਣ ਦੀ, ਤਾਂ ਇਲਾਜ ਨਹੀਂ ਹੈ। ਮੈਂ ਖੁੱਲੇ ਤੌਰ ਤੇ ਗੱਲ ਕਰ ਰਿਹਾ। ਉਹ ਹੁਣ ਵੀ ਚੱਲ ਰਿਹਾ ਜਾਂ ਹੁਣ ਚੱਲ ਰਿਹਾ ਜੀ, ਅਜੇ ਵੀ ਚੱਲਦਾ ਹੁਣ ਜ਼ਿਆਦਾ ਹੈ। ਹੁਣ ਬਲਕਿ ਇਹ ਹੋਇਆ ਵੀ ਜਦੋਂ ਆਹ ਕਰਫਿਊ ਲੱਗ ਗਿਆ, ਲੋਕਡਾਊਨ ਲੱਗ ਗਿਆ, ਉਦੋਂ ਨਸ਼ਈ ਨੇ ਜਿਹੜੇ, ਉਹਨਾਂ ਨੂੰ ਨਸ਼ਾ ਮਿਲਣਾ ਭਾਵੇਂ ਸਪਲਾਈ ਲਾਈਨ ਹੈ ਪੂਰੀ ਤਰ੍ਹਾਂ ਨਹੀਂ ਕੱਟੀ ਗਈ, ਪਰ ਕਿਉਂਕਿ ਆਪਣੇ ਸੰਗਰੂਰ 'ਚ ਵੀ ਕਈ ਨਸ਼ੇ ਲਿਆਉਂਦੇ ਫੜੇ ਗਏ ਸੀ। ਨਹੀਂ, ਇਹ ਪ੍ਰਾਈਵੇਟ ਹੈ ਜਾਂ ਸਰਕਾਰੀ ਤੌਰ ਤੇ ਵੀ? ਇਹ ਸਰਕਾਰੀ ਤੇ ਵੀ ਹੈ, ਮਿਲਦੀ ਹੈ। ਪ੍ਰਾਈਵੇਟ ਉਹ ਨੇ ਜਿਹੜੇ ਸਾਈਕੈਟਰਿਸਟ ਨੇ ਜਿਹੜੇ ਚਲਾ ਰਹੇ, ਜਿਵੇਂ ਸੰਗਰੂਰ ਦੇ ਵਿੱਚ 3 ਸਾਈਕੈਟਰਿਸਟ ਨੇ ਆਪਣੇ ਜਿਹੜੇ ਚਲਾ ਰਹੇ ਨੇ। ਇੱਕ ਮਾਲਵਾ ਮਨੋਰੋਗ ਹਸਪਤਾਲ ਹੈ, ਇੱਕ ਤੁਹਾਡੇ ਯਾਦ ਹੋਏਗਾ ਨਾਨਕਿਆਣਾ ਰੋਡ ਤੇ ਹੈ, ਤੇ ਇੱਕ DGS ਸਕੂਲ ਕੋਲੇ ਹੈ। ਠੀਕ ਹੈ, ਉਹ ਸਾਈਕੈਟਰਿਸਟ ਨੇ, ਜਾਂ ਉਹਨਾਂ ਨੂੰ ਆਥੋਰਾਈਜ਼ਡ ਹੈ, ਜਾਂ ਸਰਕਾਰੀ ਹਸਪਤਾਲ 'ਚ ਹੈ, ਘਾਵਦਾ ਹੈ, ਉਹ ਫਿਰ ਦਵਾਈ ਮਿਲਦੀ ਹੈ। ਉਹ ਦਵਾਈ ਦਾ ਹੁਣ ਤੁਸੀਂ ਦੇਖੋ, ਦਵਾਈ ਇਸ ਤਰੀਕੇ ਨਾਲ ਸੀਗੀ ਵੀ ਇਹਨਾਂ ਨੂੰ ਪਹਿਲਾਂ ਲੋਕਡਾਊਨ ਤੋਂ ਪਹਿਲਾਂ ਜਿਨ੍ਹਾਂ ਦੇ ਨਾਂ ਰਜਿਸਟ੍ਰੇਸ਼ਨ ਹੋਈ ਸੀ ਉਹਨਾਂ ਦੀ, ਉਹ ਦਵਾਈ ਉਹਨਾਂ ਦੇ ਹੁੰਦੀ ਪਹਿਲਾਂ ਤਾਂ ਉਹਨੂੰ ਦਵਾਈ ਕਹਿੰਦੇ ਮੂੰਹ 'ਚ ਸਾਹਮਣੇ ਵੀ ਨਹੀਂ ਬਲੈਕ ਹੋਊਗੀ, ਤੇ ਕਿਉਂਕਿ ਉਹ ਵੀ ਸ਼ਰਾਰਤੀ ਨੇ, ਉਹ ਜਦੋਂ ਗੋਲੀ ਦਿੰਦੇ ਨਾ ਉਹਨੂੰ ਅਮਲੀ ਨੂੰ, ਉਹ ਗੋਲੀ ਜੀਭ ਤੇ ਐ ਰੱਖ ਲੈਂਦਾ, ਹਲਕ ਨਾਲ ਲਾ ਲੈਂਦਾ ਇੱਧਰ ਉੱਧਰ। ਅੱਛਾ, ਲੈ ਲਈ ਜੀ, ਮੈਂ ਲੈ ਲਈ। ਪਿੱਛੋਂ ਬਾਹਰ ਕੱਢ ਕੇ 2-3 ਹੋਰ ਉਹਨੇ ਇਹੋ ਜਿਹੇ ਬੰਦੇ ਆਪਣੇ ਨਾਲ ਰੱਖੇ ਹੋਏ ਸੀ, ਇਕੱਠੀ ਜਾ ਕੇ ਫਿਰ ਬਲੈਕ ਕਰਦੇ ਸੀ। ਇਹਨਾਂ ਦੇ ਨੋਟਿਸ 'ਚ ਆ ਗਿਆ। ਅੱਛਾ, ਇਹਨਾਂ ਦੇ ਸਰਕਾਰੀ ਤੌਰ ਤੇ, ਸਰਕਾਰੀ ਵਾਲਿਆਂ ਦੇ, ਇਹਨਾਂ ਨੇ ਫਿਰ ਪੀਸ ਕੇ ਦੇਣ ਲੱਗ ਗਏ। ਅੱਛਾ, ਮੌਕੇ ਦੇ ਉੱਤੇ, ਮੌਕੇ 'ਤੇ ਉਹ ਗੋਲੀ ਨੂੰ ਪੀਛਾ ਕਰਨ, ਟੱਡ ਮੂੰਹ 'ਚ ਐਂ ਪਾਉਣ ਵੀ ਉਹ ਕਰੀ ਨਾ। ਹੁਣ ਜਦੋਂ ਆਹ ਲੋਕਡਾਊਨ ਲੱਗ ਗਿਆ, ਪਹਿਲਾਂ ਕਰਫਿਊ ਲੱਗ ਗਿਆ, ਉਦੋਂ ਫਿਰ ਇਹ ਕੰਬ ਗਏ। ਫਿਰ ਇਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਔਖਾ ਹੋ ਗਿਆ ਕੰਮ, ਫਿਰ ਬਿਨਾਂ ਪੀਸੇ ਤੋਂ ਇਹਨਾਂ ਨੂੰ 21 ਦਿਨ ਦੀਆਂ ਇਕੱਠੀਆਂ ਦੇਤੀਆਂ, ਇਕੱਠੇ ਕੋਟਾ ਦੇਤਾ। ਉਹਦੇ 'ਚ ਕੋਈ ਨਿਸ਼ਚਿਤ ਹੈ ਕੋਟਾ ਵੀ ਇਹ ਜਿਹੜਾ ਇੱਕ ਇਹ ਸਾਈਕੈਟਰਿਸਟ ਨੇ ਪ੍ਰੈਸਕ੍ਰਾਈਬ ਕੀਤਾ, 5 ਗੋਲੀਆਂ ਦੇਣੀਆਂ, ਸਾਈਕੈਟਰਿਸਟ ਨੇ ਪ੍ਰੈਸਕ੍ਰਾਈਬ ਕੀਤਾ ਹੋਇਆ ਜੀ। ਅੱਛਾ, ਉਹ ਉਹਦੇ ਮੁਤਾਬਕ ਕਹਿ ਦਿੱਤਾ। ਹਾਂ, ਹੁਣ ਤੁਸੀਂ ਆਪਾਂ ਦੇਖੀਏ ਵੀ ਜਿਹੜੀ ਇੱਕ ਗੋਲੀ ਨਹੀਂ ਸੀ ਦਿੱਤੀ ਜਾ ਰਹੀ, ਪੀਸ ਕੇ ਦਿੱਤੀ ਜਾ ਰਹੀ ਸੀ, ਉਹ ਜਦੋਂ ਹੁਣ 21 ਦਿਨ ਦੀ ਮੈਡੀਸਨ ਇਕੱਠੀ ਦਿੱਤੀ ਜਾ ਰਹੀ ਹੈ ਤਾਂ ਕਿੱਥੇ ਜਾ ਵੜਿਆ? ਮਤਲਬ ਉਹ ਚੀਜ਼ ਹੈ, ਉਸੂਲੀ ਤੌਰ ਤੇ ਤਾਂ ਉਹ ਗੋਲੀ ਦਾ ਵੀ ਹਿਸਟਰੀ ਇਹ ਹੈਗੀ ਵੀ ਉਹ ਤਾਂ ਜਦੋਂ ਮੈਕਸੀਮਮ ਤੇ ਹੈ, ਮੈਕਸੀਮਮ ਤੋਂ ਥੱਲੇ ਲਿਆਉਣ ਵਾਸਤੇ ਵੀ ਜੇ ਪਹਿਲਾਂ 2 ਗੋਲੀਆਂ ਦਿੱਤੀਆਂ ਨੇ ਫਿਰ 1 ਕਰੋ, ਥੋੜ੍ਹੇ ਚਿਰ ਬਾਅਦ 1 ਤੋਂ ਫਿਰ ਅੱਧੀ ਕਰੋ, ਅੱਧੀ ਤੋਂ ਫਿਰ ਅੱਧੀ, ਫਿਰ ਚੌਥਾ ਹਿੱਸਾ ਕਰ ਦਿਓ, ਫਿਰ ਬਿਲਕੁਲ ਤੋੜ ਦਿਓ। ਇੱਥੇ ਤਾਂ ਕੁਛ ਹੋ ਹੀ ਨਹੀਂ ਹੈ, ਤਾਂ ਹੁਣ ਮਾਤਰਾ ਵਧ ਰਹੀਆਂ। ਉਹ ਇਲਾਜ ਮੇਰਾ ਮੁਤਾਬਕ ਉਹ ਇਲਾਜ ਨਹੀਂ ਹੈ। ਸੱਜਾ ਕੰਨ ਛੱਡਿਆ, ਖੱਬਾ ਕੰਨ ਫੜਾਤਾ। ਇਹ ਚੀਜ਼ ਹੈ। ਇਹ ਸ਼ਰਮਾ ਜੀ ਜਿਹੜੇ ਤੁਹਾਡੇ ਕੋਲੇ ਆਉਂਦੇ ਆ ਇਸ ਤਰ੍ਹਾਂ ਦੇ ਜਿਹੜੇ ਨਸ਼ਈ ਆਉਂਦੇ ਆ, ਇਹ ਠੀਕ ਹੋ ਜਾਂਦੇ ਆ, ਉਸ ਤੋਂ ਬਾਅਦ ਤੁਹਾਡੇ ਨਾਲ ਇਹ ਘੁਲ ਮਿਲ ਜਾਂਦੇ, ਗੱਲਾਂ ਬਾਤਾਂ ਵੀ ਕਰਦੇ ਆ, ਤੁਸੀਂ ਕਾਉਂਸਲਿੰਗ ਕਰਦੇ ਹੋ, ਇਹ ਕੀ ਮਹਿਸੂਸ ਕਰਦੇ ਆ ਕਿ ਸਾਡਾ ਨਸ਼ਈ ਹੋਣ ਦੇ ਵਿੱਚ ਜਿਹੜਾ ਵੱਡਾ ਹੱਥ ਹੈ ਉਹ ਕਿਹਦਾ ਹੈ? ਕਿਸ ਤਰ੍ਹਾਂ ਦੇ ਸਰਕਮਸਟਾਂਸਿਸ ਨੇ, ਉਹ ਕਿਹੜੇ ਨੇ ਜਿਨ੍ਹਾਂ ਕਰਕੇ ਇਸ ਨਸ਼ਿਆਂ ਵੱਲ ਜ਼ਿਆਦਾ ਰੁਚਿਤ ਹੁੰਦੇ? 2-3 ਚੀਜ਼ਾਂ ਨੇ ਜੀ ਉਹਦੇ ਵਿੱਚ। ਇੱਕ ਤਾਂ ਜਿਹੜੀ ਡਿਮਾਂਡ ਅਤੇ ਸਪਲਾਈ ਹੈ ਨਾ, ਬੜਾ ਗੂੜਾ ਰਿਸ਼ਤਾ ਇਸ ਦਾ। ਠੀਕ, ਸਪਲਾਈ ਜਿਹੜੀ ਲਾਈਨ ਹੈ, ਇੱਥੇ ਹੀ ਹੋਇਆ ਸੀ, ਇੱਕ ਲੁਧਿਆਣੇ ਤੋਂ ਲੜਕਾ ਸੀ ਸਾਡੇ ਕੋਲੇ, ਜਦੋਂ ਉਹਨੂੰ ਬਿਲਕੁਲ ਠੀਕ ਕੀਤਾ ਨਾ ਅਸੀਂ, ਅਤੇ ਉਹ 5 ਟੀਕੇ ਲਾਉਂਦਾ ਸੀ ਨਾਰਫਿਨ ਦੇ। ਅੱਛਾ, 5 ਟੀਕੇ ਲਾਉਂਦਾ ਸੀ, ਬਾਕੀ ਲੱਲਾ ਭੱਬਾ ਜਿਹੜਾ ਕੁਛ ਨਿਕਲਦਾ ਉਹਦੇ ਨਿਕਲਦੇ ਸੀ। ਜਦੋਂ ਅਸੀਂ ਲੋਕਾਂ ਨੂੰ ਦੱਸਣਾ ਸੀ ਵੀ ਹੁਣ ਇਹ ਠੀਕ ਹੋਇਆ, ਉਹਨੂੰ ਜਦੋਂ ਕਿਹਾ ਵੀ ਤੂੰ 2 ਸ਼ਬਦ ਬੋਲ, ਉਹਨੇ ਲੁਧਿਆਣੇ ਦੀ ਪੋਜੀਸ਼ਨ ਇਹ ਦੱਸੀ ਵੀ ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ। ਲੁਧਿਆਣੇ ਦੀ ਪੋਜੀਸ਼ਨ ਇਹ ਹੈਗੀ ਹੈ, ਇਹ ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ, ਵੀ ਲੁਧਿਆਣੇ ਦੀ ਪੋਜੀਸ਼ਨ ਇਹ ਹੈਗੀ ਹੈ ਵੀ ਜੇ ਘਰ ਦੇ ਵਿੱਚ ਆਟਾ ਨਹੀਂ ਹੈ ਤਾਂ ਆਟਾ ਦੁਕਾਨ ਤੋਂ ਲਿਆਉਣ ਵਾਸਤੇ ਚਿਰ ਲੱਗ ਜੂਗਾ, ਪਰ ਜਿਹੜਾ ਨਸ਼ਾ ਹੈ ਇਹਦੇ ਵਾਸਤੇ ਚਿਰ ਨਹੀਂ ਲੱਗੂਗਾ, ਘਰ ਹੀ ਤੁਹਾਡੇ ਪਹੁੰਚ ਜੂਗਾ, ਕੋਈ ਦੇਰ ਨਹੀਂ ਲੱਗਣੀ, 5-4 ਮਿੰਟਾਂ ਦਾ ਕੰਮ ਹੈ, ਪੈਸੇ ਚਾਹੀਦੇ ਨੇ, ਫੋਨ ਕਰੋ। ਦੂਜਾ ਨਾਲ ਉਹਨੇ ਨਵੀਂ ਗੱਲ ਹੋਰ ਦੱਸੀ ਵੀ ਜਿਹੜਾ ਇੰਜੈਕਸ਼ਨ ਹੈਗਾ ਸਰਿੰਜ ਚਿੱਟੇ ਦੀ, ਉਹ ਨਾਲ ਹੈ, ਜੇ ਉਸੇ ਤੋਂ ਲਵਾਉਣਾ ਟੀਕਾ ਤਾਂ ਉਹਦੇ ਰੇਟ ਹੈ ਜਿਹੜਾ 20 ਰੁਪਏ ਐਕਸਟਰਾ ਹੋਰ ਲਏ ਜਾਂਦੇ ਨੇ। ਉਹਨੇ ਟੀਕਾ ਵੀ ਉਹਨੇ ਆਪ ਹੀ ਲਾ ਜਾਣਾ, 20 ਰੁਪਏ ਟੀਕਾ ਲਾਉਂਦੇ ਐਕਸਟਰਾ ਲਾਉਣੇ ਨੇ, ਲੈਣੇ ਨੇ ਉਸਨੇ। ਮਤਲਬ ਉਹਨੇ ਦੱਸਿਆ ਵੀ ਇਹ ਸਪਲਾਈ ਹੈ ਜਿਹੜੀ ਸਾਡੇ ਘਰ ਤੱਕ ਆ ਰਹੀ ਹੈ ਇਸ ਤਰੀਕੇ ਨਾਲ। ਇੱਕ ਤਾਂ ਇਹ ਚੀਜ਼ ਜਿਹੜੀ ਮੈਂ ਕਹਾਂਗਾ। ਦੂਸਰੀ ਸਿੱਧੂ ਸਾਹਿਬ, ਆਪਾਂ ਨੂੰ ਮੰਨਣਾ ਪਏਗਾ ਵੀ ਅੱਜ ਜਿਹੜੇ ਮਾਪੇ ਨੇ ਨਾ, ਇਹ ਪਦਾਰਥਕ ਦੌੜ 'ਚ ਪੈ ਗਏ।
ਜੇਬਾਂ ਫੁੱਲੀਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੀਆਂ। ਤੜਕੇ ਨੂੰ ਨਿਕਲਣਾ, ਸ਼ਾਮ ਨੂੰ ਵਾਪਸ ਹੋਣਾ, ਜੇਬਾਂ ਫੁੱਲੀਆਂ ਹੋਈਆਂ ਨੇ, ਜੇਬਾਂ 'ਤੇ ਪਦਾਰਥਕ ਦੌੜ 'ਚ ਪੂਰੀ ਹੋ ਗਈ। ਅਸਲੀ ਪੂੰਜੀ ਉਹਨਾਂ ਨੇ ਪੈਸਾ ਮੰਨ ਲਿਆ। ਹਾਂ, ਜਿਹੜੀ ਅਸਲੀ ਜ਼ਿੰਦਗੀ ਦੀ ਜਾਇਦਾਦ ਹੈ ਉਹਨਾਂ ਦੀ, ਉਹ ਔਲਾਦ ਹੈ, ਉਹਨੂੰ ਔਲਾਦ ਨੂੰ ਅਸਲੀ ਪੂੰਜੀ ਨਹੀਂ ਸਮਝ ਰਹੇ। ਪੁੱਤ ਨੂੰ ਜਦੋਂ ਪੁੱਤ ਨੂੰ ਚਾਹੀਦੇ ਪੈਸੇ, ਬਾਪੂ ਇੰਨੇ ਪੈਸੇ ਚਾਹੀਦੇ ਨੇ, ਗਾਹਾਂ ਕਿਹੜਾ ਪੈਸੇ ਉਹਨੇ ਹੱਥ ਜੋੜਿਆ, 2 ਨੰਬਰ ਦੀ ਕਮਾਈ ਲਿਆਂਦੀ ਹੋਈ ਹੈ, ਕਹਿੰਦਾ ਪੁੱਤ ਨੂੰ ਜੇਬ 'ਚੋਂ ਕੱਢ ਲੈ। ਜੇਬ 'ਚੋਂ ਜਦੋਂ ਕੱਢਣੇ ਆ ਉਹਨੂੰ, ਜੇ 50 ਰੁਪਈਆਂ ਦੀ ਲੋੜ ਹੈ 500 ਕੱਢੂਗਾ। 500 ਨਾ ਤਾਂ ਬਾਪ ਨੂੰ ਹਿਸਾਬ ਪਤਾ ਕਿੰਨੇ ਪੈਸੇ ਨੇ ਜੇਬ 'ਚ। ਉਹ ਫਿਰ ਜਿਹੜਾ ਵਾਧੂ ਪੈਸਾ ਲੋੜ ਤੋਂ ਜ਼ਿਆਦਾ ਜਾਣਾ ਹੈ, ਉਸ ਕਰਕੇ ਉਹਨੇ ਬਾਜ਼ਾਰ ਵੱਲ ਜਾਣਾ। ਬਾਜ਼ਾਰ 'ਚ ਜਿਹੜਾ ਕੁਝ ਪਰੋਸਿਆ ਜਾ ਰਿਹਾ ਉਹ ਨਸ਼ੇ, ਉਹ ਸਾਡੇ ਸਾਹਮਣੇ ਹੈ। ਦੂਜੀ ਗੱਲ ਵੀ ਮਾਪੇ ਨੇ ਜਿਹੜੇ, ਜਿਨ੍ਹਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ, ਉਹ ਰੋਲ ਮਾਡਲ ਨਹੀਂ ਹਨ। ਤੀਜਾ ਜਿਹੜੀ ਗੱਲ ਕਹਾਂਗਾ, ਸਮਾਜ ਹੈ ਜਿਹੜਾ ਇਸ ਵੇਲੇ, ਜੇ ਤੀਜੇ ਘਰ 'ਚ ਅੱਗ ਲੱਗੀ ਹੋਈ ਹੈ ਨਾ, ਤਾਂ 2 ਘਰ ਖੁਸ਼ੀ ਮਨਾ ਰਹੇ ਨੇ। ਸ਼ਰੀਕ ਦੇ ਤੌਰ 'ਤੇ ਸਮਝੋ, ਕਿਵੇਂ ਮਰਜ਼ੀ ਸਮਝੋ, ਵੀ ਅੱਗ ਤਾਂ ਇਹਨਾਂ ਦੇ ਘਰ ਲੱਗੀ ਹੋਈ ਹੈ। ਪਿੰਡਾਂ 'ਚ ਵੀ ਇਹੀ ਹਾਲ ਹੈ, ਸ਼ਹਿਰਾਂ 'ਚ ਵੀ ਇਹੀ ਹਾਲ ਹੈ। ਅਤੇ ਉਹ ਇਹ ਨਹੀਂ ਸੋਚਦੇ ਵੀ ਇਹ ਅੱਗ ਦਾ ਸੇਕ ਕਿਸੇ ਨਾ ਕਿਸੇ ਦਿਨ ਸਾਡੇ ਘਰ ਵੀ ਆਜੂ। ਜਿਵੇਂ ਸਰਜੀਤ ਪਾਤਰ ਦੇ ਬੋਲ ਨੇ ਵੀ, ਲੱਗੀ ਜੇ ਤੇਰੇ ਕਾਲਜੇ ਦੇ ਵਿੱਚ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਉਹ ਇਹ ਸੋਚ ਹੀ ਨਹੀਂ ਰਹੇ ਕਿ ਇਹ ਸਭ ਕੁਝ ਸਾਡੇ ਹਿੱਸੇ ਹੋਣਾ ਹੈ। ਦੂਜੀ ਨਾਲ ਮੈਂ ਇਹ ਵੀ ਗੱਲ ਕਹਾਂਗਾ ਵੀ ਜੇ ਕੋਈ ਦਰਦ ਕਿਸੇ ਦੇ ਗੁਆਂਢੀ ਦੇ ਹੈਗਾ ਨਾ, ਜੇ ਉਹ ਆ ਕੇ ਮਾਪਿਆਂ ਨੂੰ ਕਹਿੰਦਾ ਵੀ ਤੇਰਾ ਮੁੰਡਾ ਇਸ ਤਰੀਕੇ ਨਾਲ ਐ ਕਰਦਾ ਹੈ, ਤਾਂ ਉਹਦੇ ਮਾਪੇ ਗੱਲ ਵੀ ਪੈ ਰਹੇ ਨੇ ਵੀ ਸਾਡਾ ਮੁੰਡਾ, ਸਾਡੇ 'ਚ ਤਾਂ ਕੋਈ ਸਹੁੰ ਨਹੀਂ ਖਾਂਦਾ, ਤੂੰ ਆ ਦੂਸ਼ਣ ਲਾਉਣ ਲੱਗ ਗਿਆ ਸਾਡੇ ਮੁੰਡੇ 'ਤੇ। ਉਹਦੇ ਉਲਟਾ ਗੱਲ ਪੈਣਾ ਹੈ ਵੀ ਤੂੰ ਆਇਆ ਕਿਵੇਂ, ਤੇਰੀ ਜ਼ਰੂਰਤ ਕਿਵੇਂ ਪੈ ਗਈ ਸਾਡੇ ਮੁੰਡੇ 'ਤੇ। ਅਗਲਾ ਕਹਿੰਦਾ ਵੀ ਛੱਡੋ ਭਲਾ ਅਸੀਂ ਕੀ ਕਰਨਾ। ਦੋਨੋਂ ਪਾਸਿਆਂ ਜਿਹੜਾ ਕਸੂਰਵਾਰ ਨੇ, ਦੋਨੋਂ ਪਾਸੇ। ਚੌਥਾ ਤੁਸੀਂ ਮੇਰਾ ਬਾਰੇ ਪੁੱਛਿਆ ਸੀ, ਪਹਿਲਾਂ ਗੱਲ ਕੀਤੀ ਆਪਾਂ ਵੀ ਅਧਿਆਪਕ ਹੈ ਜਿਹੜਾ, ਜਿਹਦੇ ਬਾਰੇ ਇਹ ਕਿਹਾ ਗਿਆ ਵੀ ਇੱਕ ਪੱਥਰ ਕੀ ਵੀ ਤਕਦੀਰ ਬਦਲ ਸਕਤੀ ਹੈ, ਸ਼ਰਤ ਇਹ ਹੈ ਕਿ ਉਸੇ ਸਲੀਕੇ ਸੇ ਤਰ੍ਹਾਂ ਸਜਾਏ। ਅਣਘੜ ਪੱਥਰ ਦੇ ਤੌਰ 'ਤੇ ਜਾਂਦਾ ਵਿਦਿਆਰਥੀ ਦਾ। ਅਤੇ ਜਿਹੜੇ ਬਹੁਤ ਸਾਰੇ ਸਕੂਲੀ ਵਿਦਿਆਰਥੀ ਵੀ, 33% ਸਕੂਲੀ ਵਿਦਿਆਰਥੀ ਨੇ ਸਿੱਧੂ ਸਾਹਿਬ, ਜਿਹੜਾ ਮੈਂ ਅੰਕੜਿਆਂ 'ਚ ਲਿਆਂਦਾ, ਵੀ ਜਿਹੜੇ ਬੀੜੀ, ਜਰਦਾ, ਸਿਗਰਟ ਵਗੈਰਾ ਤੋਂ ਸ਼ੁਰੂ ਕਰਦੇ ਨੇ, ਸਮੈਕ ਚਿੱਟੇ 'ਤੇ ਆ ਜਾਂਦੇ ਨੇ। ਅਤੇ ਉੱਥੇ ਹੁਣ ਜਿਹੜਾ ਰੋਲ ਮਾਡਲ ਹੈਗਾ ਵੀ ਜਿਹੜਾ ਅਧਿਆਪਕਾਂ ਨੇ ਦੇਖਣਾ ਹੈ, ਉਹ ਵੀ ਨਹੀਂ। ਜੇ ਸੰਖੇਪ 'ਚ ਮੈਂ ਗੱਲ ਕਰਾਂ ਨਾ ਤੁਹਾਡੇ ਨਾਲ, ਵੀ ਇੱਕ ਤਾਂ ਅਧਿਆਪਕ, ਇੱਕ ਸਮਾਜ, ਇੱਕ ਮਾਪੇ, ਇਹਨਾਂ ਦਾ ਇੱਕ ਦੂਜੇ ਵੱਲ ਮੂੰਹ ਹੋਣਾ ਚਾਹੀਦਾ। ਸਮੇਂ ਦੀ ਸਰਕਾਰ ਨਾਲ ਇੱਕ ਦੂਜੇ ਵੱਲ ਹੋਣਾ ਚਾਹੀਦਾ ਮੂੰਹ ਨਹੀਂ ਹੈ, ਪਿੱਠਾਂ ਜੁੜੀਆਂ ਹੋਈਆਂ ਨੇ। ਅਤੇ ਜਿਹੜੀਆਂ ਪਿੱਠਾਂ ਜੁੜੀਆਂ ਨੇ, ਉਹ ਸਾਡੀ ਜਨਰੇਸ਼ਨ ਵਾਸਤੇ ਘਾਤਕ ਸਿੱਧ ਹੋ ਜਾਣ। ਜਿਹੜੇ ਨਸ਼ਿਆਂ ਦੀ ਗੱਲ ਕਰਨਾ, ਨਸ਼ੇ ਬੜੇ ਤਰ੍ਹਾਂ ਦੇ ਸੁਣਨ ਨੂੰ ਮਿਲਦੇ ਹੈ, ਅਤੇ ਉਹਦੇ ਵਿੱਚ ਬਹੁਤ ਲੋਕਾਂ ਨੂੰ ਇਸ ਬਾਰੇ, ਜਿਹੜਾ ਤਾਂ ਉਹੀ ਕਹਿੰਦਾ ਕਿ ਜਿਨ੍ਹਾਂ ਨੂੰ ਤਾਂ ਇਹਦੇ ਨਾਲ ਲਗਾਓ, ਉਹਨਾਂ ਨੂੰ ਤਾਂ ਸਾਰਾ ਕੁਝ ਹੀ ਪਤਾ ਹੈ। ਜਿਹਨਾਂ ਨੂੰ ਨਹੀਂ ਪਤਾ, ਉਹ ਉਹਨਾਂ ਨੂੰ ਇਹਦੇ ਬਾਰੇ ਸੁਚੇਤ ਨਹੀਂ। ਕਈ ਵਾਰੀ ਮਾਪੇ ਇਸ ਪ੍ਰਤੀ ਸੁਚੇਤ ਨਹੀਂ ਹੁੰਦੇ ਕਿ ਕਿਸ ਤਰ੍ਹਾਂ ਨਸ਼ੇ ਹੁੰਦੇ ਆ। ਕਈ ਤਾਂ ਲੋਕ ਅਜੇ ਵੀ ਨਸ਼ਾ, ਜਿਹੜਾ ਸ਼ਰਾਬ ਨੂੰ ਨਸ਼ਾ ਸਮਝਦੇ, ਕਹਿੰਦੇ ਵੀ ਨਸ਼ੇ ਤੋਂ ਬਗੈਰ, ਜਾਂ ਫੀਮ ਹੋ ਗਿਆ ਜਾਂ ਸ਼ਰਾਬ ਹੋ ਗਈ, ਇਹੀ ਲੋਕਾਂ ਦੇ ਜਿਹੜੇ ਭੁੱਕੀ ਹੋ ਗਈ, ਇਹ ਲੋਕਾਂ ਦੇ 2-3 ਤੋਂ ਇਹ ਲੋਕ ਜਾਣੂ ਨੇ। ਉਸ ਤੋਂ ਬਾਅਦ ਫਿਰ ਸਾਡੇ ਕੋਲ ਜਿਹੜੀ ਇਹ ਆ ਗਈ ਸਮੈਕ ਆ ਗਈ। ਉਸ ਤੋਂ ਬਾਅਦ ਹਾਂਜੀ, ਕਿ ਉਸ ਤੋਂ ਬਿਨਾਂ ਹੋਰ ਤਰ੍ਹਾਂ ਦੇ ਵੀ ਕੋਈ ਨਸ਼ੇ ਇਸ ਤਰ੍ਹਾਂ ਦੇ ਸਾਡੇ। ਛੋਟੀ ਜਿਹੀ ਗੱਲ ਤੁਹਾਨੂੰ ਹਾਸੇ ਵਾਲੀ ਸੁਣਾ ਦੇਵਾਂ। ਕੋਈ ਨਾ ਮੇਰੇ ਵਰਗਾ ਕਾਲਜ 'ਚ ਐਡਰੈਸ ਕਰਨ ਚਲਾ ਗਿਆ। ਕਾਲਜ 'ਚ ਐਡਰੈਸ ਕਰਦਿਆਂ ਉਹਨੇ ਨਸ਼ਿਆਂ 'ਤੇ ਪਹਿਲਾਂ ਮਾਰੂ ਅਸਰਾਂ ਦਾ ਗੱਲ ਕਰਤਾ। ਉਸ ਤੋਂ ਪਿੱਛੋਂ ਉਹਨੇ ਕਿਹਾ, ਜਿਵੇਂ ਤੁਹਾਡਾ ਪ੍ਰਸ਼ਨ ਹੈ ਵੀ ਇਹ 22-23 ਤਰ੍ਹਾਂ ਦੇ ਨਸ਼ੇ ਨੇ ਜਿਹੜੇ ਕਰਦੇ ਨੇ। ਭੰਗ ਵਗੈਰਾ ਦਾ ਸਾਰਿਆਂ ਦਾ ਜ਼ਿਕਰ ਕਰਤਾ ਉਹਨੇ। ਈਵਨ ਡੱਡੂ ਦਾ ਜਿਹੜਾ ਪਸੀਨਾ ਹੈ, ਉਹਨੂੰ ਵੀ ਵਰਤਦੇ ਨੇ, ਦੱਸਦਾ। ਇਹੋ ਜਿਹਾ ਕੁਛ ਦੱਸੇ ਜਦੋਂ ਵੀ ਇਹ ਤਰੀਕੇ ਨੇ, ਘਾਤਕ ਨੇ। ਜਦੋਂ ਉਹਨਾਂ ਨੇ ਕਿਹਾ ਨਾ ਵੀ ਕਮਰੇ 'ਚ ਡੱਡੂ ਬਾੜ ਕੇ ਉਹਨੂੰ ਭਜਾਉਣਾ, ਉੱਥੇ ਜਿਹੜਾ ਪਸੀਨਾ ਹੋਣਾ ਉਹਨੂੰ ਚੱਟਣਾ। ਅੱਛਾ ਜੀ, ਇਹ ਵੀ ਹੈ। ਇਹ ਹੈਗਾ ਸੀਵਰੇਜ ਹੈ, ਇਹਦਾ ਢੱਕਣ ਨੂੰ ਚੱਕ ਕੇ ਇਹ 'ਚੋਂ ਜਿਹੜੀ ਆਉਂਦੀ ਆ ਉਹਨੂੰ ਕਰਨਾ। ਅੱਛਾ, ਉਹ ਜਦੋਂ ਦੱਸ ਕੇ ਨਾ, ਉਦੋਂ ਪਿੱਛੋਂ ਇੱਕ ਬੜਾ ਸੂਝਵਾਨ ਵਿਦਿਆਰਥੀ ਖੜਾ ਹੋ ਗਿਆ। ਉਹ ਦੱਸ ਚੁੱਕਿਆ। ਅੱਛਾ, ਉਹਨਾਂ ਨੇ ਬੜੇ ਧਿਆਨ ਨਾਲ ਸੁਣਿਆ 22 ਨਸ਼ਿਆਂ ਬਾਰੇ, 22-23 ਨਸ਼ੇ ਬਾਰੇ। ਮੁੰਡਾ ਹੀ ਖੜਾ ਹੋ ਕੇ ਕਹਿੰਦਾ ਜੀ ਮੈਂ ਤੁਹਾਡਾ
ਧੰਨਵਾਦ ਕਰਨਾ ਸੀਗਾ। ਸਾਨੂੰ ਤਾਂ 2-4 ਨਸ਼ਿਆਂ ਦੀ ਪਤਾ ਸੀ, ਜਿਹੜਾ ਤੁਸੀਂ ਸਾਡੇ ਗਿਆਨ 'ਚ ਵਾਧਾ ਕਰਤਾ ਇਹਦੇ ਲਈ ਤੁਹਾਡਾ ਧੰਨਵਾਦ ਹੈ ਜੀ। ਸਾਨੂੰ ਪਤਾ ਲੱਗਿਆ ਜੀ, ਜਾਣੀ ਜਾਨ ਹੋ ਗਈ ਸੀ। ਉਹੀ ਗੱਲ ਮੈਂ ਤੁਹਾਡੇ ਨਾਲ ਕਰਦਾ, ਇਸ ਕਰਕੇ ਵੀ ਨਾ ਹੀ ਦਸੀਏ ਤਾਂ ਇਹ ਠੀਕ ਹੈ ਵੀ ਇਹਦਾ ਜਿਹੜੀ ਇਸ ਵੇਲੇ ਜਵਾਨੀ ਹੈ, ਜਿਹੜੀ ਜਵਾਨੀ ਦਾ ਜ਼ਿਆਦਾ ਵਰਗ ਹੈ, ਜਿਹੜਾ ਮੈਂ ਇੱਕ ਗੱਲ ਕਹਾਂਗਾ ਵੀ ਅਕਸਰ ਕੀ ਵਾਪਰਦਾ, ਜੀ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਮੈਂ ਮਾਪਿਆਂ ਨੂੰ ਵੀ ਕਹਾਂਗਾ ਵੀ ਜਿਹੜੀ 11 ਤੋਂ 14 ਸਾਲ ਦੀ ਉਮਰ ਹੈ ਨਾ, ਇਹਦੇ ਵਿੱਚ ਕਈ ਵਾਰੀ ਤਾਂ ਹਾਸੀ 'ਚ, ਕਈ ਵਾਰੀ ਸੰਗਤ ਦਾ ਅਸਰ, ਕਈ ਵਾਰੀ ਪਰਿਵਾਰਕ ਸੰਸਕਾਰ, ਇਹਨਾਂ ਦੇ ਕਰਕੇ ਬੀੜੀ, ਜਰਦਾ, ਸਿਗਰਟ 'ਤੇ ਲੱਗ ਜਾਂਦਾ ਹੈ। ਇਹਨੂੰ ਮਾਪੇ ਨੇ ਜਿਹੜੇ, ਇਹ ਵੀ ਵੇਸਲੇ ਨੇ ਇਸ ਪੱਖ ਤੋਂ, ਜੇ ਆਰਥਿਕਤਾ ਨਾਲ ਜੋੜ ਲੈਂਦੇ ਨੇ ਵੀ ਚੱਲ 5 ਰੁਪਈਆਂ ਦਾ ਮੁੰਡਾ ਲਈ ਹੈ, ਅੱਗੇ ਤੋਂ ਕਹਤਾ ਨਾ ਕਰੀ, ਉਹ ਲੱਗੇ ਇਸ ਦੇ ਉੱਤੇ। ਸਕੂਲਾਂ 'ਚ ਵੀ ਪਤਾ ਲੱਗ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਿਹੜਾ ਜੇ ਉਹਨੂੰ 11 ਤੋਂ 14 ਸਾਲ ਦੀ ਉਮਰ 'ਚ ਬੀੜੀ ਤੋਂ, ਜਰਦੇ ਤੋਂ, ਸਿਗਰਟ ਤੋਂ ਨਹੀਂ ਰੋਕਿਆ ਤਾਂ ਉਹਦਾ ਉਹ ਸੋਸਾਇਟੀ ਬਣ ਗਈ ਇੱਕ, ਉਹ ਨੀਂਹ ਉਹਦੀ ਮਜ਼ਬੂਤ ਹੋ ਗਈ। 14 ਸਾਲ ਦੀ ਉਮਰ 'ਚ ਆ ਕੇ ਉਹਨੇ ਸ਼ਰਾਬ 'ਤੇ ਆ ਜਾਣਾ, ਉਸੇ ਨੇ ਦੂਜੇ ਪੜਾਅ 'ਚ ਦਾਖਲ ਹੋ ਗਿਆ, ਜਿਹੜਾ ਨਸ਼ਿਆਂ ਦਾ ਬੜੀ ਸਾਰੀ ਇਮਾਰਤ ਹੈ ਉਹਦੇ ਵਿੱਚ ਵੜ ਗਿਆ। ਜੇ 2 ਥਾਵਾਂ 'ਤੇ ਚੈੱਕ ਨਹੀਂ ਕੀਤਾ ਗਿਆ ਤਾਂ ਉਹ ਤੀਸਰਾ ਫਿਰ 18-19 ਸਾਲ ਦੀ ਉਮਰ 'ਚ ਆ ਕੇ ਚਿੱਟੇ 'ਤੇ, ਅਤੇ ਜਿਹੜਾ ਚਿੱਟੇ 'ਤੇ ਲੱਗ ਗਿਆ ਸਿੱਧੂ ਸਾਹਿਬ, ਉਹਦੀ ਉਮਰ ਖਿੱਚ ਕੇ 6 ਜਾਂ 7 ਸਾਲ ਹੁੰਦੀ ਹੈ। ਇੱਕ ਮੰਨ ਕੇ ਚੱਲ ਪਓ ਤੁਸੀਂ, ਅਸੀਂ ਆ ਕਰੋਨਾ ਵਾਇਰਸ ਦਾ ਚੱਲਦਾ ਹੈ, ਹਾਲਾਂਕਿ ਐਵਰੇਜ ਹੈ ਜਿਹੜੀ ਚੱਲਦੀ ਹੈ 3.5% ਹੈ, ਪਰ ਅਸੀਂ ਕੰਬੇ ਪਏ ਹਾਂ ਸਾਰੇ। ਪਰ ਜਿਹੜੇ ਨਸ਼ੇ ਨੇ, ਨਸ਼ਿਆਂ ਕਰਕੇ ਸਿਰਫ ਐਂ ਤਾਂ ਅਸੀਂ ਸੁਣ ਲਿਆ ਵੀ ਫਲਾਣੀ ਥਾਂ 'ਤੇ ਲਾਸ਼ ਡਿੱਗੀ ਪਈ ਹੈ, ਫਲਾਣੀ ਜਗ੍ਹਾ 'ਤੇ ਰੂੜੀ 'ਤੇ ਮਾਂ ਬਰਲਾਪ ਕਰ ਰਹੀ ਹੈ ਪੱਥਰਾਂ ਨੂੰ ਰੋਣ ਵਾਲਾ, ਫਲਾਣੀ ਜਗ੍ਹਾ ਦੇ ਉੱਤੇ ਮੁੰਡਾ ਡਿੱਗਿਆ ਪਿਆ, ਉਹਦਾ ਬੱਚਾ ਜਿਹੜਾ ਉਹਨੂੰ ਹਲੂਣ ਕੇ ਕਹਿੰਦਾ ਪਾਪਾ ਮੈਨੂੰ ਸਕੂਲ ਛੱਡਿਆ। ਸਾਨੂੰ ਉਹ ਤਾਂ ਹਿਰਦੇ ਵੇਦਕ ਕਹਾਣੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਅਤੇ ਅਸੀਂ ਕੰਬ ਜਾਂਦੇ ਹਾਂ। ਪਰ ਅਸਲੀ ਤੌਰ 'ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਇਹੀ ਨਹੀਂ ਵੀ ਸੜਕਾਂ 'ਤੇ ਮਰ ਗਏ, ਇਹ ਨਹੀਂ ਵੀ ਸੁੱਤੇ ਪਏ ਰਹਿ ਗਏ, ਇਹ ਨਹੀਂ ਵੀ ਬਾਥਰੂਮ 'ਚ ਰਹਿ ਗਏ। ਅਸਲੀ ਇਹ ਹੈ ਵੀ ਇਹਦੇ ਕਰਕੇ ਜਿਹੜੀਆਂ ਹੋਰ ਬਿਮਾਰੀਆਂ, ਟੀਵੀ ਤੋਂ ਲੈ ਕੇ ਕੈਂਸਰ ਤੱਕ, ਫੂਡ ਪਾਈਪ ਦਾ ਖਰਾਬ ਹੋਣਾ, ਲੀਵਰ ਦਾ ਖਰਾਬ ਹੋਣਾ, ਜਦੋਂ ਅਸੀਂ ਉਹ ਸਾਰੀਆਂ ਬਿਮਾਰੀਆਂ ਜੋੜਦੇ ਹਾਂ ਤਾਂ ਹਰ 8 ਮਿੰਟ ਤੋਂ ਬਾਅਦ ਇੱਕ ਸੇਵਾ ਬਣ ਰਿਹਾ ਨਸ਼ਈ ਦਾ, ਹਰ 8 ਮਿੰਟ ਤੋਂ ਬਾਅਦ। ਭਲੇ ਮੰਨ ਕੇ ਚੱਲ ਪਓ ਵੀ 2 ਘੰਟਿਆਂ ਦੇ 120 ਮਿੰਟ ਹੋਏ ਨੇ, ਤਾਂ 2 ਘੰਟਿਆਂ 'ਚ 15 ਮੌਤਾਂ ਹੋ ਚੁੱਕੀਆਂ ਨੇ। ਉਹ ਮੌਤਾਂ ਅਸੀਂ ਸਾਡੇ ਨਿਗਾਹ 'ਚ ਨਹੀਂ ਆ ਰਹੀਆਂ, ਕਿਉਂਕਿ ਬਹੁਤ ਸਾਰੇ ਹਸਪਤਾਲਾਂ 'ਚ ਮਰਦੇ ਨੇ, ਕਿਸੇ ਦਾ ਕਹਿੰਦੇ ਨੇ BP ਹਾਈ ਹੋ ਗਿਆ। ਬਹੁਤ ਸਾਰੇ ਮਾਪੇ ਨੇ ਜਿਹੜੇ ਇਹਨੂੰ ਛੁਪਾਉਣ ਵਾਸਤੇ, ਜਵਾਨ ਮੁੰਡੇ ਦੀ ਡੈਥ ਹੁੰਦੀ ਹੈ, ਉਹ ਕਹਿੰਦੇ ਨੇ ਕਿਵੇਂ ਡੈਥ ਹੋ ਗਈ, ਹਾਰਟ ਫੇਲ ਹੋ ਗਿਆ। ਉਹ ਅਸਲੀ ਹਾਰਟ ਫੇਲ ਹੋਇਆ ਕਿਉਂ ਹੈ, ਉਹਦੇ ਕਾਰਨ ਕੀ ਨੇ, ਕਿਉਂ BP ਹਾਈ ਹੋ ਗਿਆ, ਉਹ ਸਾਰੀਆਂ ਗੱਲਾਂ ਨਹੀਂ ਦੇਖ ਰਹੇ। ਅਸਲੀ ਤੌਰ 'ਤੇ ਇੰਨਾ ਜ਼ਿਆਦਾ ਜਿਹੜਾ ਇਸ ਵੇਲੇ ਮੌਤ ਦਰ ਇੰਨਾ ਵਧਿਆ ਹੋਇਆ ਪੰਜਾਬ 'ਚ ਖਾਸ ਤੌਰ 'ਤੇ। ਜਿਹੜੇ ਸਭ ਤੋਂ ਵੀ ਮਾਰੂ ਨਸ਼ਾ, ਜਿਵੇਂ ਆਪਾਂ ਵੀ ਚਿੱਟਾ ਜਿਹਨੂੰ ਵੀ ਸਮੈਕ, ਉਹੀ ਸਭ ਤੋਂ ਮਾਰੂ ਜ਼ਿਆਦਾ ਮੰਨਿਆ ਜਾ ਰਿਹਾ, ਕਿਉਂਕਿ ਜਿਹੜਾ ਉਹ ਤੋਂ ਉੱਠਾ ਮੁੜਨਾ ਕਾਫੀ ਔਖਾ ਹੈ। ਅਤੇ ਇਹਦੇ 'ਚ ਜਿਹੜਾ ਨਸ਼ਾ ਛੱਡਣ ਵਾਲਾ ਦਾ ਜਿਹੜਾ ਸਕਸੈਸ ਰੇਟ ਹੈ, ਨਸ਼ਾ ਛੱਡਣ ਵਾਲਾ, ਆਪਾਂ ਤੁਹਾਡੇ ਕੋਲ ਜਿਵੇਂ ਪੇਸ਼ੈਂਟ ਆਉਂਦੇ ਆ, ਉਹ 'ਚ ਫਿਰ ਕਿੰਨੇ ਕੁ % ਸਕਸੈਸ ਰੇਟ ਹੈ? ਸਾਰੇ ਤਾਂ ਨਹੀਂ ਛੱਡ ਸਕਦੇ ਹੋਣੇ, ਪੋਸੀਬਲ ਵੀ ਨਹੀਂ ਹੈ ਜੀ। 2-3 ਚੀਜ਼ਾਂ ਨੇ ਕੀਆਂ। ਅੱਛਾ ਜੀ। ਅਸੀਂ ਤਾਂ ਜੇ ਉਹ ਸਮਾਂ 1.5 ਮਹੀਨੇ ਦਾ ਸਾਡਾ ਇੱਥੇ ਵੀ ਸਾਡੇ ਕੋਲੇ ਜੇ 1.5 ਮਹੀਨਾ ਲਾ ਜਾਂਦਾ, ਅਸੀਂ ਤਾਂ ਆਮ ਮਾਪਿਆਂ ਨੂੰ ਵੀ ਕਹਿੰਦੇ ਹਾਂ ਵੀ ਜਦੋਂ 1.5 ਮਹੀਨੇ 'ਚ ਇਹਨੂੰ ਇੱਥੇ ਅਸੀਂ ਬਿਨਾਂ ਨਸ਼ੇ ਤੋਂ ਰਿਹਾ ਤਾਂ ਬਾਹਰ ਜਾ ਕੇ ਨਸ਼ੇ ਤੋਂ ਕਿਵੇਂ ਲੱਗ ਗਿਆ, ਅਤੇ ਇਹਦੇ ਕੌਣ ਜ਼ਿੰਮੇਵਾਰ ਹੈ? ਹੁਣ ਅਸੀਂ ਘਰ ਤਾਂ ਜਾਣ ਨਹੀਂ ਲੱਗੇ। ਇਹ ਹੈ ਵੀ ਇੱਥੋਂ ਛੱਡ ਕੇ ਚਲੇ ਜਾਂਦੇ ਆ ਅਤੇ ਦੁਬਾਰਾ ਬਹੁਤ ਸਾਰੇ ਰੀਲੈਪਸ ਕੇਸ ਇਸ ਕਰਕੇ ਹੁੰਦੇ ਨੇ। ਕਈ ਤਾਂ ਪਰਿਵਾਰਕ ਤੌਰ 'ਤੇ ਬਾਪ ਹੈ ਜਿਹੜਾ ਨਸ਼ਈਆਂ ਦੀ ਦਲਦਲ 'ਚ ਧੱਸਿਆ ਹੋਇਆ, ਅਤੇ ਉਹ ਰੋਜ਼ ਦੀ ਰੋਜ਼ ਡੱਟ ਖੁੱਲ੍ਹਦੇ ਨੇ ਸ਼ਰਾਬ 'ਤੇ, ਜਾਂ ਰੋਜ਼ ਦੀ ਰੋਜ਼ ਬਾਪ ਨੇ ਹੀ ਪੁੱਤ ਨੂੰ ਲਾਇਆ ਹੁੰਦਾ ਨਸ਼ੇ 'ਤੇ। ਉੱਥੇ ਕਈ ਵਾਰੀ ਉਹੀ ਸਪਲਾਈ ਲਾਈਨ ਆ ਗਈ, ਕਈ ਵਾਰੀ ਉਹਦੀ ਸੁਸਾਇਟੀ ਆ ਗਈ, ਕਈ ਵਾਰੀ ਪਤਨੀ ਦਾ ਤਕਰਾਰ ਹੋ ਗਿਆ, ਪੂਰੀ ਤਰ੍ਹਾਂ ਸਹਿਯੋਗ ਨਹੀਂ ਦਿੱਤਾ। ਜਿਹੜਾ ਉਹਨੂੰ ਮੈਂ ਸਮਝਦਾ ਨਾ ਵੀ ਜਦੋਂ ਮੁੱਖ ਧਾਰਾ 'ਚ ਲਿਆਂਦਾ ਹੈ, ਉਦੋਂ ਪਿੱਛੋਂ ਜਿੰਨਾ ਮੁੱਖ ਧਾਰਾ 'ਚ ਲਿਆਉਣਾ ਵਾਸਤੇ ਤਾਕਤ ਲਾਈ ਗਈ ਹੈ, ਉਨੀ ਉਹਨੂੰ ਬਾਅਦ 'ਚ ਸੰਭਾਲਣ 'ਤੇ ਵੀ ਲੱਗਣੀ ਜ਼ਰੂਰੀ ਹੈ।
ਉਹ ਸੰਭਾਲਣ ਤੇ ਉਹਨੇ ਨਹੀਂ ਲੱਗਦੀ। ਮੈਂ ਇਹਨਾਂ ਮੁੰਡਿਆਂ ਨੂੰ ਕਹਿਣਾ ਹੁੰਨਾ ਵੀ ਕਾਕਾ ਤੁਸੀਂ ਇਹ ਨਾ ਮੰਨ ਕੇ ਚੱਲ ਪਓ ਵੀ 1.5 ਮਹੀਨਾ ਸਾਡੇ ਕੋਲੇ ਰਹਿ ਗਏ ਤੇ ਤੁਸੀਂ ਸਰਟੀਫਿਕੇਟ ਲੈ ਲਿਆ ਵੀ ਅਸੀਂ ਨਸ਼ਾ ਮੁਕਤ ਹੋ ਗਏ। ਤੁਹਾਡੀ ਨਸ਼ਾ ਮੁਕਤ ਦੀ ਪਹਿਚਾਣ ਤਾਂ ਜਦੋਂ ਤੁਸੀਂ ਸਮਾਜ ਦੇ ਵਿੱਚ ਗਏ, ਲੋਕਾਂ ਨੇ ਦੱਸਣਾ ਤੁਹਾਨੂੰ। ਅਸਲੀ ਤੌਰ ਤੇ ਅਸੀਂ ਨਹੀਂ ਕਹਿ ਰਹੇ, ਅਸੀਂ ਤਾਂ ਹੁਣ ਚਿੜੀ ਨਹੀਂ ਫੜਕਣ ਦਿੱਤੇ ਇੱਥੇ, ਤੁਸੀਂ ਆਉਣ ਨਹੀਂ ਦੇਣਾ ਕਿਸੇ ਨੂੰ ਇੱਥੇ ਤਾਂ ਤੁਹਾਨੂੰ ਕੋਈ ਨਸ਼ਾ ਨਹੀਂ ਮਿਲਣਾ। ਬਾਹਰ ਸਾਨੂੰ ਪਤਾ ਲੱਗਣਾ ਵੀ ਤੁਸੀਂ ਹੁਣ ਜਦੋਂ ਬਾਹਰ ਜੇ ਤੁਸੀਂ ਸਾਹਮਣੇ ਨਸ਼ਾ ਪਿਆ ਦਿਖਦਾ ਤੇ ਠੋਕਰ ਮਾਰ ਕੇ ਅੱਗੇ ਚਲੇ ਗਏ, ਫਿਰ ਤਾਂ ਤੁਸੀਂ ਗਏ ਨਸ਼ਾ ਛੱਡ। ਜੇ ਤੁਸੀਂ ਐਂ ਕਰ ਲਿਆ ਵੀ ਕੋਈ ਨਹੀਂ ਅੱਜ ਪੀ ਲਿਆ ਕੱਲ੍ਹ ਨੂੰ ਨਹੀਂ ਪੀਵਾਂਗੇ, ਫਿਰ ਨਹੀਂ। ਸਾਡਾ ਤਕਰੀਬਨ 60 ਤੋਂ 65% ਹੈ ਰਿਜ਼ਲਟ ਜਿਹੜਾ ਸਾਡਾ ਆ ਜਾਂਦਾ ਹੈ, ਬਾਕੀ ਤਾਂ ਫਿਰ ਮੁੱਖ ਤਾਰਾ ਚ। ਅੱਛਾ, ਪਰ ਅਸੀਂ ਇਨ ਟੱਚ ਰਹਿੰਦੇ ਹਾਂ, ਦੁਆਰੇ ਖੁੱਲ੍ਹੇ ਤੌਰ 'ਤੇ ਸੱਦਾ ਵੀ ਦਿੰਦੇ ਹਾਂ ਵੀ ਤੁਸੀਂ ਆ ਜਾਓ ਸਾਡੇ ਕੋਲੇ, ਅਸੀਂ ਫਿਰ ਸੰਭਾਲਾਂਗੇ। ਸ਼ਰਮਾ ਜੀ, ਜਿਵੇਂ ਜਿਹੜੀ ਸ਼ਰਾਬ ਹੈ ਇਹਦਾ ਸੇਵਨ ਜਿਹੜਾ ਉਹ ਇੱਕ ਜਿਵੇਂ ਸਟੇਟਸ ਸਿੰਬਲ ਬਣ ਗਿਆ ਹੁੰਦਾ, ਕਿਉਂਕਿ ਹਾਈ ਸੋਸਾਇਟੀ ਦੇ ਵਿੱਚ ਜਦੋਂ ਅਸੀਂ ਵੱਡੇ ਮੈਟਰੋਪੋਲੀਟਨ ਸਿਟੀ ਦੇ ਵਿੱਚ ਜਾਂਦੇ ਹਾਂ, ਉੱਥੇ ਬਹੁਤ ਸਾਰੀਆਂ ਮੈਰਿਜ ਸ਼ਾਦੀਆਂ ਦੇ ਵਿੱਚ ਜਾਈਦਾ ਦੇਖਿਆ। ਮੈਂ ਪਿੱਛੇ ਜੇ ਵੀ 1-2 ਮੈਰਿਜ ਅਟੈਂਡ ਕਰਨ ਦਾ ਮੌਕਾ ਮਿਲਿਆ, ਉੱਥੇ ਦੇਖਣ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ 50% ਜਿਹੜੇ ਆ ਉਹ ਪਰਿਵਾਰ ਜਿਹੜੀਆਂ ਔਰਤਾਂ ਸੀ ਉੱਥੇ ਦਾਰੂ ਪੀ ਰਹੀਆਂ ਸੀ, ਵਿਸਕੀ ਪੀ ਰਹੀਆਂ ਸੀ, ਅਤੇ ਉਹ ਪੂਰੇ ਨਸ਼ੇ ਦੇ ਵਿੱਚ ਸੀ। ਅਤੇ ਕੀ ਵੀ ਜਿਹੜੀਆਂ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੇਸਿਸ ਕੀ ਲੜਕੀਆਂ ਦੇ ਵੀ ਆਉਂਦੇ ਨੇ ਕਿ ਲੜਕੀਆਂ ਨਸ਼ਾ ਛੱਡਣ ਵਾਸਤੇ, ਲੜਕੇ ਤਾਂ ਠੀਕ ਆ ਸੀ ਪਰ ਇਹ ਕਿ ਲੜਕੀਆਂ ਵੀ ਨਸ਼ਾ ਛੱਡਣ ਵਾਸਤੇ ਬਹੁਤ ਘੱਟ ਸੀ? ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਸਮਾਜਿਕ ਪਹਿਰੇਦਾਰੀ ਹੈ ਵੀ ਜਦੋਂ ਅੰਦਰ ਆਉਣਾ ਤਾਂ ਉਹਨਾਂ ਨੂੰ ਡਰ ਹੁੰਦਾ ਵੀ ਪਤਾ ਨਾ ਲੱਗ ਜੇ, ਪਤਾ ਨਾ ਲੱਗ ਜੇ, ਕਿਉਂਕਿ ਪਹਿਚਾਣ ਤਾਂ ਅਸੀਂ ਆਪਣੇ ਕੋਲ ਹੀ ਚਾਹੇ ਰੱਖਣੀ ਹੈ, ਪਤਾ ਤਾਂ ਕਰਨੀ ਹੈ ਨਾ। ਉਹ ਕਈ ਤਾਂ ਇਸ ਤਰੀਕੇ ਦੇ ਹੋਏ ਹੈ ਮੇਰੇ ਕੋਲ ਕੇਸ ਵੀ ਉਧਰੋਂ ਤਾਂ ਮੈਂ ਜਾਣ ਦਾ ਟਾਈਮ ਹੁੰਦਾ 8 ਵਜੇ, ਉਧਰੋਂ ਮੂੰਹ ਨੇੜੇ ਉਹ ਲੜਕੀ ਨੇ ਆਉਣਾ, ਇੱਕ ਤਾਂ ਜਵਾਨ ਲੜਕੀ ਦਾ ਅੰਦਰ ਆਉਣਾ, ਦੂਜਾ ਰਾਤ ਦਾ ਸਮਾਂ। ਅਤੇ ਮੈਂ ਕਹਿੰਦਾ ਬੀਬਾ ਤੁਸੀਂ ਦਿਨ ਦੇ ਵਿੱਚ ਆਓ। ਫਿਰ ਉਹਨਾਂ ਦਾ ਜਵਾਬ ਹੁੰਦਾ ਬੜਾ ਨਹੋਰੇ ਜੇ ਨਾਲ ਵੀ ਦਿਨ ਦੇ ਵਿੱਚ ਤਾਂ ਅਸੀਂ ਨਹੀਂ ਆ ਸਕਦੀਆਂ, ਰਾਤ ਨੂੰ ਤੁਸੀਂ ਕਹਿ ਦਿੰਦੇ ਹੋ ਸਾਡਾ ਫਾਈਲ 'ਤੇ ਘੰਟਾ ਲੱਗ ਜਾਊਗਾ, ਅਤੇ ਫਿਰ ਅਸੀਂ ਕਿੱਧਰ ਨੂੰ ਜਾਈਏ? ਗੱਲ ਉਹਨਾਂ ਦੀ ਵੀ ਵਜਨਦਾਰ ਠੀਕ ਹੈ, ਅਸੀਂ ਸਮਾਜਿਕ ਪੱਖ ਤੋਂ ਦੇਖਣਾ ਸਾਰਾ ਕੁਝ। ਘੱਟ ਤੋਂ ਘੱਟ ਜਦੋਂ ਉਹਦੀ ਕਾਉਂਸਲਿੰਗ ਵੀ ਕਰਨੀ ਹੈ, ਕਾਰਨ ਕੀ ਬਣੇ ਨੇ ਉਸਦੇ, ਸਪਲਾਈ ਕਿੱਥੋਂ ਆ ਰਹੀ ਹੈ, ਉਹਦਾ ਸਾਰਾ ਕੁਝ ਕਰਨਾ। ਇੱਕ ਛੋਟੀ ਜਿਹੀ ਮੈਂ ਉਦਾਹਰਨ ਦਿੰਦਾ ਤੁਹਾਨੂੰ। ਇਹ ਕੇਸ ਮੇਰੇ ਕੋਲੇ ਨਹੀਂ ਸੀ ਆਇਆ, ਪਰ ਮੈਂ ਸਚੇਤ ਕਰਨਾ ਇਸ ਪੱਖ ਤੋਂ ਤੁਹਾਡੇ ਰਾਹੀਂ। ਇਹ ਡਾਕਟਰ ਮਾਨ ਕੋਲੇ ਗਿਆ, ਆਪਣੇ ਮਿੱਤਰ ਨੇ ਡਾਕਟਰ ਮਾਨ। ਡਾਕਟਰ ਮਾਨ ਕੋਲੇ ਗਿਆ ਆਪਣੀ ਸੰਗਰੂਰ ਦੀ, ਮੈਂ ਕਲੋਨੀ ਦਾ ਵੀ ਨਾਂ ਨਹੀਂ ਲਵਾਂਗਾ, ਜਵਾਨ ਲੜਕੀ ਕੁਆਰੀ, ਕਿਸੇ ਰਿਸ਼ਤੇਦਾਰ ਨੂੰ ਲੈ ਕੇ ਗਈ ਹੈ ਡਾਕਟਰ ਮਾਨ ਕੋਲੇ, ਅਤੇ ਉਹ ਵੀ ਸਮੈਕ ਪੀਂਦੇ ਆ। ਉਹਨੇ ਪੁੱਛ ਲਿਆ ਵੀ ਚੰਗੇ ਖਾਨਦਾਨ ਦੀ, ਚੰਗੀ ਖਾਨਦਾਨ ਦੀ ਸਰਦਾਰੀ ਕਹੀਏ ਸੀ, ਕਿਵੇਂ ਲੱਗ ਗਈ? ਉਹ ਕਹਿੰਦੀ ਜੀ ਵੀ ਸਾਡੇ ਘਰਾਂ 'ਚੋਂ ਮੇਰੀ ਭਾਬੀ ਲੱਗਦੀ ਹੈ, ਅਤੇ ਸਾਡੇ ਘਰਾਂ 'ਚੋਂ ਮੁੰਡਾ ਗੁਰਦਾਸਪੁਰ ਏਰੀਏ 'ਚ ਪਿਆ ਹੈ, ਮੇਰੀ ਭਾਬੀ ਲੱਗੀ, ਅਤੇ ਭਾਬੀ ਸਮੈਕ ਪੀਂਦੀ ਸੀ ਉੱਧਰੋਂ ਆਈ ਹੋਈ, ਅਤੇ ਉਹਨੇ ਕਿਸੇ ਨਾਲ ਸਹੇਲਪਣਾ ਪਾਉਣਾ ਸੀ। ਪਹਿਲਾਂ ਤਾਂ ਉਹਨੇ ਮੈਨੂੰ ਸੂਟੇ ਲਵਾਤੇ ਮੁਫਤ 'ਚ ਹੀ, ਪਿੱਛੋਂ ਜਦੋਂ ਮੈਨੂੰ ਆਦਤ ਪੈਤੀ ਤਾਂ ਹੱਥ ਖਿੱਚ ਲਏ। ਹੁਣ ਮੈਂ ਘਰੋਂ ਗਹਿਣਾ ਗੱਟਾ ਵੀ ਵੇਚ ਚੁੱਕੀ ਹਾਂ, ਪੈਸੇ ਵੀ ਵੇਚ ਚੁੱਕੀ ਹਾਂ, ਬਹੁਤ ਕੁਛ ਕਰ ਚੁੱਕੀ ਹਾਂ, ਅਤੇ ਮੈਨੂੰ ਘਰੋਂ ਕੱਢਤਾ ਜਵਾਨ ਕੁੜੀ ਨੂੰ ਮਾਪਿਆਂ ਨੇ ਘਰੋਂ ਕੱਢਿਆ। ਇਹ ਸੰਗਰੂਰ ਦੀ ਵਾਰਦਾਤ ਹੀ ਹੈ। ਅਤੇ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੁਚੇਤ ਕਰਨੀਆਂ ਹੈ, ਜਿੱਥੋਂ ਪਤਾ ਲੱਗਦਾ ਹੈ ਵੀ ਕੰਪਨੀ ਹੈ ਜਿਹੜੀ ਉਹ ਬੰਦੇ ਨੂੰ ਤਾਰ ਵੀ ਸਕਦੀ ਹੈ, ਉਹ ਬੰਦੇ ਨੂੰ ਡੋਬ ਵੀ ਸਕਦੀ ਹੈ। ਇਹੋ ਜਿਹੇ ਕੇਸ ਸਾਡੇ ਕੋਲੇ ਆਉਂਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਕੋਲੇ ਮੈਂ ਸ਼ਰਮਾ ਜੀ ਕੋਲੇ ਭੇਜ ਦੇਣਾ, ਅਤੇ ਉਹ ਕੁਦਰਤੀ ਸੀਗਾ ਵੀ ਉਹਦੇ ਪੇਰੈਂਟਸ ਮੇਰੇ ਨੋਨ ਸੀ। ਫਿਰ ਉਹਨੇ ਕਿਹਾ ਵੀ ਉਹਨਾਂ ਦਾ ਤਾਂ ਉਹ ਤਾਂ ਇਸ ਤਰੀਕੇ ਨਾਲ ਵੀ ਗੱਲ ਗਾਹਾਂ ਹੋ ਜਾਏਗੀ, ਫਿਰ ਮੇਰੇ ਕੋਲ ਆਏ ਨਹੀਂ, ਵਿੱਚ ਹੀ ਰਹਿ ਗਏ ਸੀ। ਮਤਲਬ ਇਸ ਤਰੀਕੇ ਨਾਲ ਕੁੜੀਆਂ ਵੀ ਨੇ। ਇੱਕ ਤੁਸੀਂ ਦਾ ਐਜੂਕੇਸ਼ਨ ਨਾਲ ਬੜਾ ਨੇੜੇ ਦਾ ਰਿਸ਼ਤਾ ਰਿਹਾ। ਇੱਕ ਅਸੀਂ ਆਮ ਹੈ ਵੀ ਅਸੀਂ 5 ਜਣਿਆਂ ਦਾ ਸਾਰੀ ਟੀਮ ਹੈ, ਮੈਂ ਹਾਂ, ਡਾਕਟਰ ਮਾਨ ਹੈ, ਬਲਦੇਵ ਸਿੰਘ ਗੋਸਲ ਹੈ, ਰਜਿੰਦਰਜੀਤ ਕਾਰਾਪੁਲ ਹੈ, ਪ੍ਰਹਲਾਦ ਸਿੰਘ ਹੈ, ਮੇਰਾ ਕਲੀਗ ਹੈ, ਨੈਬ ਸਿੰਘ, ਸ਼ੰਕਰ ਸਿੰਘ ਹੈ। ਅਸੀਂ 6-7 ਜਣਿਆਂ ਦੀ ਟੀਮ ਹੈ। ਸਕੂਲਾਂ 'ਚ ਜਾ ਕੇ ਅਸੀਂ ਤੁਹਾਡੇ ਸਕੂਲ 'ਚ ਵੀ ਗਏ, ਉਹ ਸੈਮੀਨਾਰ ਬੱਚਿਆਂ ਨੂੰ ਅਵੇਅਰ ਕਰਦੇ ਹਾਂ ਵੀ ਇਹਨਾਂ ਨੂੰ ਇਸ ਉਮਰ 'ਚ ਜੇ ਰੋਕ ਲਿਆ ਜਾਵੇ। ਸਾਡਾ ਇਹ ਮਕਸਦ ਹੁੰਦਾ ਹੈ। ਪਰ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਨਿਕਲਦੀਆਂ ਨੇ ਬਾਅਦ 'ਚ ਵੀ ਜਿਹੜੇ ਸਕੂਲੀ ਵਿਦਿਆਰਥੀ ਨੇ, ਕਿਉਂਕਿ ਆਹ ਉਮਰ ਹੈ ਵੀ ਜੀ ਜਦੋਂ ਅਧਿਆਪਕ ਬਾਅਦ 'ਚ ਦੱਸਦੇ ਨੇ ਸਾਨੂੰ ਵੀ ਸਾਡੇ ਵੀ ਸਕੂਲ ਅੱਗ ਲੱਗੀ ਹੋਈ ਹੈ ਜੀ, ਇਹ ਘੋੜੇ ਵਾਲਾ
ਸਾਡੇ ਸਾਰੀ ਫਿਰਿਆ ਹੋਇਆ ਤੇ ਉਹ ਇਸ ਵੇਲੇ ਜਿਹੜਾ ਸਕੂਲੀ ਵਿਦਿਆਰਥੀ ਨੇ ਉਹ ਵੀ ਇਸ ਨਸ਼ੇ ਦੀ ਲਪੇਟ 'ਚ ਆਏ ਹੋਏ ਨੇ। ਸ਼ਰਮਾ ਜੀ, ਆਪਾਂ ਕਹਿ ਰਹੇ ਹਾਂ ਵੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੋ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਇੱਥੋਂ ਦੀ ਆਰਥਿਕਤਾ ਦਾ ਵੀ ਘਾਣ ਕੀਤਾ, ਪਰਿਵਾਰ ਵੀ ਟੁੱਟੇ ਹੈ ਤੇ ਸਭ ਤੋਂ ਘਾਤਕ ਸਿੱਧ ਹੋਇਆ। ਉਹਨੇ ਕਰਜ਼ੇ ਵੀ ਨਹੀਂ ਘਾਤਕ ਹੋਏ ਕਿਸਾਨਾਂ ਲਈ ਜਿੰਨਾ ਕਿ ਇਹ ਘਾਤਕ ਹੋਇਆ। ਅੱਛਾ, ਸਰਕਾਰਾਂ 'ਤੇ ਦਬਾਅ ਵੀ ਪੈਂਦਾ, ਲੋਕ ਰੈਲੀਆਂ ਵੀ ਕਰਦੇ ਨੇ, ਪਰ ਇਸ 'ਤੇ ਸਰਕਾਰਾਂ ਜੇ ਚਾਹੁਣ ਤਾਂ ਉਹ ਰੋਕ ਵੀ ਸਕਦੀਆਂ ਨੇ, ਇਹ ਸਾਰੇ ਕਹਿੰਦੇ ਨੇ, ਪਰ ਸਰਕਾਰਾਂ ਫੇਰ ਵੀ ਇਸ ਤੇ ਕਿਉਂ ਨਹੀਂ ਸਖਤਾਈ ਨਾਲ ਇਹ 'ਤੇ ਐਕਸ਼ਨ ਲੈ ਰਹੀਆਂ? ਬੜਾ ਗੰਭੀਰ ਪ੍ਰਸ਼ਨ ਹੈ ਤੁਹਾਡਾ। ਕਿਉਂਕਿ ਦੇਖੋ ਸਰਕਾਰ ਚਾਹੇ, ਜੇ ਸਰਕਾਰ ਚਾਹੇ ਤਾਂ ਹੁਣ ਲਾਕਡਾਊਨ ਸੀ, ਬੰਦ ਕੀਤਾ, ਸਾਰੇ ਲੋਕ ਅੰਦਰ ਘਰਾਂ 'ਚ ਵੜ ਗਏ। ਇਹ ਬੜਾ ਵਧੀਆ ਮੌਕਾ ਸੀ ਜੇ ਇਹ ਨਸ਼ਿਆਂ ਦੀ ਚੇਨ ਤੋੜਨੀ ਹੁੰਦੀ ਤਾਂ, ਪਰ ਇਸ ਦਰਮਿਆਨ ਵੀ ਲਾਕਡਾਊਨ ਦੇ ਦਰਮਿਆਨ ਵੀ ਜਿਹੜੀ ਨਸ਼ੇ ਨੇ ਉਹ ਪਹੁੰਚਦੇ ਰਹੇ ਆ। ਸਿੱਧੂ ਸਾਹਿਬ, ਬੜਾ ਗੰਭੀਰ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਨਾ, ਮੈਂ ਦੋ ਗੱਲਾਂ ਇਹ 'ਚ ਸਮਾਜਿਕ ਪੱਖ ਵੀ ਕਰਾਂਗਾ, ਸਰਕਾਰ ਵਾਲੀ ਗੱਲ ਵੀ ਕਰਾਂਗਾ। ਦੇਖੋ, ਇੱਕ ਸਾਡੇ ਪੰਜਾਬ ਦੇ ਵਿੱਚ ਨਾ ਤੁਸੀਂ ਵੀ ਦਿਲ 'ਤੇ ਹੱਥ ਰੱਖ ਕੇ ਦੇਖਿਓ ਗੱਲ ਵੀ ਇਹ ਸਹੀ ਹੈ। ਸਾਡੇ ਪੰਜਾਬ ਦੇ ਵਿੱਚ 50 ਜਥੇਬੰਦੀਆਂ ਸਰਗਰਮ ਨੇ, ਵਿੱਚ ਅਧਿਆਪਕਾਂ ਦੀਆਂ, ਵਿੱਚ ਆ ਗਈਆਂ, ਵਿੱਚ ਕਿਸਾਨਾਂ ਦੀਆਂ, NGOs ਕੰਮ ਕਰ ਰਹੀਆਂ, ਧਰਨੇ ਵੀ ਦੇ ਰਹੀਆਂ ਨੇ, ਮੁਜ਼ਾਹਰੇ ਵੀ ਦੇ ਰਹੀਆਂ ਨੇ, ਸਭ ਕੁਝ ਹੋ ਰਿਹਾ ਹੈ। ਸਾਡੇ ਹੱਕ ਇੱਥੇ ਰੱਖ ਫਲਾਣਾ ਕਰ। ਤੇ ਇਹਨਾਂ ਦੇ 2009 ਤੋਂ 2019 ਤੱਕ 37,000 ਤੋਂ ਉੱਤੇ ਧਰਨੇ ਮੁਜ਼ਾਹਰੇ ਹੋਏ ਨੇ। 10 ਸਾਲਾਂ 'ਚ 37,000 ਧਰਨੇ। ਤੇ ਇਹ 'ਚ ਇੱਕ ਵੀ ਧਰਨਾ ਇਹ ਦੱਸ ਦਿਓ ਜਿਹੜਾ ਜਵਾਨੀ ਨੂੰ ਬਚਾਉਣ ਵਾਸਤੇ ਕੋਈ ਲੱਗਿਆ ਹੋਇਆ, ਇੱਕ ਵੀ ਹੋਵੇ ਤਾਂ ਮਤਲਬ ਜ਼ਿੰਮੇਵਾਰ ਤਾਂ ਲੋਕ ਵੀ ਨੇ ਨਾ। ਅਸੀਂ ਇੱਕ ਵੀ ਕਹੀਏ, ਹਾਂ 1 ਜੁਲਾਈ ਤੋਂ 7 ਜੁਲਾਈ 2019 ਤੱਕ ਰੋਜ਼ ਧਰਨੇ ਚੱਲੇ ਸੀ। ਤੁਹਾਡੇ ਵੀ ਯਾਦ ਹੋਵੇਗਾ, ਮੋਮਬੱਤੀਆਂ ਵੀ ਹੋਈਆਂ ਸੀ, ਹੋਰ ਵੀ ਹੋਈਆਂ ਸੀ। ਉਹ ਵੀ ਗਿਣਤੀ ਦੇ ਬੰਦੇ 15 ਜਾਂ 20 ਹੁੰਦੇ ਸੀਗੇ। ਰਾਜ ਹਾਈ ਸਕੂਲ ਕੋਲ ਇਕੱਠੇ ਹੁੰਦੇ ਤੇ ਉੱਥੇ ਬਸ, ਅਦਰਵਾਈਜ਼ ਸਾਇਲੈਂਟ ਨਹੀਂ। ਕਾਰਨ ਕੀ ਹੈ ਇਸ ਦਾ? ਵੀ ਜਿਹੜੀ ਸਿਆਸੀ ਸਰਪ੍ਰਸਤੀ ਹੈ ਉਹ ਨਸ਼ੇ ਵੇਚਣ ਵਾਲਿਆਂ ਨੂੰ ਮਿਲੀ ਹੋਈ ਹੈ। ਇਸ ਵੇਲੇ ਆਪਾਂ ਇੱਕ ਗੱਲ ਕਰ ਲਈਏ, ਤੁਸੀਂ ਮੈਨੂੰ ਜੇ ਆਹ ਪ੍ਰਸ਼ਨ ਵੀ ਕਹੋ ਨਾ ਵੀ ਆਹ ਤਾਂ ਸਰਕਾਰ ਨੇ ਕਰਨਾ ਚਾਹੇ ਤਾਂ ਕਰ ਸਕਦੀ ਹੈ। ਮੈਂ ਦੋ ਗੱਲਾਂ ਕਹਿ ਰਿਹਾ ਇਸ ਤੇ। ਆਹ ਜਿਹੜੇ ਸਮਾਜ ਸੇਵੀ ਜਨ ਸੰਸਥਾਵਾਂ ਨੇ, ਸਭ ਕੁਛ ਇਹਨਾਂ ਦਾ ਰੌਲਾ ਤਾਂ ਇੱਕ ਪਾਸੇ ਛੱਡ ਦਿਓ। ਹਾਂਜੀ, ਜੇ ਸਾਡੇ ਪੰਜਾਬ ਦੇ ਵਿੱਚ 117 ਤਾਂ MLA ਨੇ, 13 MP ਨੇ, 22 DC ਨੇ, 22 SSP ਨੇ, ਇਹ ਟੋਟਲ 174 ਬਣਦੇ ਨੇ। 174 ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਹੋ ਜੇ ਵੀ ਪੰਜਾਬ ਦੇ ਵਿੱਚ ਜੇ ਨਸ਼ਾ ਕਿਤੇ ਵਿਕਦਾ ਹੈ ਤਾਂ MLA ਨੂੰ ਮੁੜ ਕੇ ਟਿਕਟ ਨਹੀਂ ਦਿੱਤਾ ਜਾਊਗੀ। MP ਨੂੰ ਪਾਰਟੀ ਕਹੇ ਮੁੜ ਕੇ ਟਿਕਟ ਨਹੀਂ ਦਿੱਤੀ ਜਾਣੀ। DC ਨੂੰ ਕਹਿਣ ਵੀ ਮੁੜ ਕੇ ਤੈਂ ਸਾਰਾ ਕੰਟਰੋਲ ਕਰਨਾ, ਪਰ ਸਿਆਸੀ ਉਹਨਾਂ ਦਾ ਮੂੰਹ ਬੰਨਣਾ ਪਊਗਾ। ਜਿਹੜੀ ਸਿਆਸੀ ਸਰਪ੍ਰਸਤੀ ਆ ਉਹ ਖਤਮ ਕਰਨੀ ਪਏਗੀ। ਹੁਣ ਨਾ ਤਾਂ MLA ਉਹ ਕਰ ਰਹੇ ਨੇ, ਨਾ MP ਕਰ ਰਹੇ ਨੇ, ਤੇ ਜਿਹੜੇ DC ਨੇ, SSP ਨੇ, ਉਹ ਉਹਨਾਂ ਦੇ ਇਸ਼ਾਰਿਆਂ 'ਤੇ ਚੱਲ ਰਹੇ ਨੇ। ਤੁਹਾਡੇ ਸਾਹਮਣੇ ਹੋਇਆ ਵੀ ਇੱਕ MLA, ਕਿਸੇ ਹੋਰ ਜ਼ਿਲ੍ਹੇ ਦਾ MLA, ਉਹ ਸਰੇਆਮ ਇੱਕ ਥਾਣੇਦਾਰਨੀ ਨੂੰ ਟੈਲੀਫੋਨ 'ਤੇ ਕਹਿ ਰਿਹਾ ਹੈ ਵੀ ਤੈਂ ਸਾਡੇ ਬੰਦਿਆਂ ਨੂੰ ਰੋਕ ਕਿਵੇਂ ਲਿਆ ਟ੍ਰੈਫਿਕ ਤੋਂ, ਮੋਟਰਸਾਈਕਲ 'ਤੇ ਜਾ ਰਹੇ ਨੇ, ਕਾਗਜ਼ ਨਹੀਂ ਹਨ, ਤੈਨੂੰ ਪਤਾ ਨਹੀਂ ਹੈ ਮੇਰੇ ਬੰਦੇ ਨੇ। ਇਹਦਾ ਮਤਲਬ ਹੈ ਤੇਰੇ ਬੰਦਿਆਂ ਦਾ ਤਾਂ ਖਿਆਲ ਹੈ, ਜਿਹੜੇ ਬਾਕੀ ਦੇ ਨੂੰ ਪਿਸ ਰਹੇ ਨੇ ਉਹਨਾਂ ਦਾ ਕੋਈ ਨਹੀਂ। ਬਾਕੀ ਕਿਹਦੇ ਨੇ ਫਿਰ ਬੰਦੇ? ਜੇ ਤੇਰੇ ਉਹ 2-4 ਵੋਟਾਂ ਵਾਲੇ ਤੇਰੇ ਸੀ ਤਾਂ ਫਿਰ ਜਿਹੜੇ ਬਾਕੀ ਦੇ ਬੰਦੇ ਸੀ ਉਹ ਜਿਨ੍ਹਾਂ ਨੂੰ ਹੋ ਗਿਆ ਉਹ ਕੀ ਸੀਗੇ? ਉਹਦੀ ਫਿਰ ਬਦਲੀ ਹੋਈ ਹੈ। ਉਹਨੇ ਕਿਹਾ ਵੀ ਤੇਰੀ ਜੁਲੀ ਬਸ ਤਿਆਰ ਰੱਖੀ। ਇਹਦਾ ਮਤਲਬ ਹੈ ਪੁਲਿਸ ਵਾਲੇ ਨੇ ਜਿਹੜੇ ਉਹ ਕਿਹਦੇ ਹੋ ਗਏ ਖਰੀਦੇ ਹੋਏ। ਆ ਹੁਣੀ ਹੋਇਆ ਵੀ ਨਾ, ਇਹ ਉਹ ਤਾਂ ਉਹਦੀ ਬਦਲੀ ਹੋਈ। ਆ ਹੁਣ ਹੋਇਆ ਸੀ ਵੀ ਹਰੀਕੇ ਪੱਤਨ ਦੇ SHO ਨੂੰ MLA ਕਹਿ ਰਿਹਾ ਵੀ ਤੂੰ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਬੁਲਾਈ, 2 ਦਿਨ ਹੋ ਗਏ ਤੈਨੂੰ ਹਾਜ਼ਰ ਹੋਏ ਨੂੰ। ਅੱਗੇ ਹੁੰਦਾ ਸੀ, ਸੱਚਾਈ ਇਹ ਹੈ ਵੀ MLA DC ਤੋਂ ਲੈ ਕੇ SSP ਤੱਕ, ਈਵਨ ਥਾਣੇਦਾਰ, ਈਵਨ ਜੇ ਹੋਮਗਾਰਡ ਜਾਂ ਵੀ ਕੋਈ ਚੰਗੀ ਪੋਸਟ 'ਤੇ ਲੱਗਾ, ਉਹ ਸਾਰੇ ਦੇ ਸਾਰੇ 'ਤੇ ਸਿਆਸੀਕਰਨ ਹੋ ਗਿਆ ਇਸ ਵੇਲੇ। ਹੁਣ ਜਿਹੜੇ ਸਿਆਸੀਕਰਨ ਨੇ ਉਹਨਾਂ ਦਾ ਵੋਟਾਂ ਦੇ ਦੁਆਲੇ ਹੋ ਗਿਆ।
ਉਹਨਾਂ ਨੇ ਵੋਟਾਂ ਦੇਖਣੀਆਂ, ਉਹਨਾਂ ਨੇ ਇਹਨਾਂ ਤੋਂ ਚੱਟਣਾ ਨਹੀਂ ਨਸ਼ੇ ਨੁਸ਼ੇ ਤੋਂ, ਇਹਨਾਂ ਨੂੰ ਤਾਂ ਰੋਕਣਾ ਉਹਨੇ। ਤੁਸੀਂ ਯਾਦ ਕਰੋ ਪਿਛਲਾ ਸਮਾਂ ਵੀ ਇਹ ਹੁੰਦਾ ਸੀ ਵੀ ਜੇ ਕੋਈ ਨਵਾਂ ਥਾਣੇਦਾਰ ਆਉਂਦਾ ਸੀ ਨਾ, ਉਹ ਨਵਾਂ ਥਾਣੇਦਾਰ ਆ ਕੇ ਸਭ ਤੋਂ ਪਹਿਲਾਂ ਸ਼ਹਿਰ ਦੇ ਪਤਾ ਕਰਦਾ ਪਤਵੰਤੇ ਬੰਦੇ ਕਿਹੜੇ ਨੇ, ਉਹਨਾਂ ਦੀ ਮੀਟਿੰਗ ਲੈਂਦਾ, ਉਹਨਾਂ ਦੇ ਨਾਲ ਮੀਟਿੰਗ ਲੈਂਦਾ ਸੀ। ਹਾਂਜੀ, ਮੀਟਿੰਗ ਲੈ ਕੇ ਉਹਨਾਂ ਨੂੰ ਕਹਿੰਦਾ ਵੀ ਆਪਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ, ਤੁਸੀਂ ਮੈਨੂੰ ਸਹਿਯੋਗ ਦਿਓ। ਹੁਣ ਕਦੇ ਦੇਖ ਲਓ ਵੀ ਕਿਸੇ ਦੀ ਮੀਟਿੰਗ ਹੋਈ ਹੈ? ਮੀਟਿੰਗ ਕਿਹਦੀ ਹੋਈ ਹੈ? ਗੁੰਡਿਆਂ ਦੀ। ਮੀਟਿੰਗ ਕਿਹਦੀ ਹੋਈ ਹੈ? ਨਸ਼ਾ ਤਸਕਰਾਂ ਦੀ। ਤੇ ਕੀ ਅਸੀਂ ਆਸ ਕਰਾਂਗੇ ਵੀ ਜਿੰਨੀ ਦੇਰ ਇਹ ਸਿਆਸੀ ਤੌਰ ਤੇ ਦਖਲਅੰਦਾਜ਼ੀ ਹੈ ਜਿਹੜੀ, ਸਭ ਕਾਸੇ ਨੂੰ ਮੈਂ ਜ਼ਿੰਮੇਵਾਰ, ਕਿਉਂਕਿ ਇਹਨਾਂ ਦੇ ਤਾਂ ਅਫਸਰਸ਼ਾਹੀ ਦੇ ਹੱਥ ਬੰਨ੍ਹਤੇ, ਹੱਥ 'ਚ ਆ ਗਈ ਉਹਨਾਂ ਦੇ ਬਾਗਡੋਰ ਵੀ ਅਸੀਂ ਹਾਂ। ਜਦੋਂ ਟੈਲੀਫੋਨ ਕਰਕੇ ਵੀ ਕਹਿੰਦੇ ਨੇ ਵੀ ਤੇਰੇ ਅੰਨਦਾਤੇ ਤਾਂ ਅਸੀਂ ਹਾਂ, ਤੂੰ ਬੈਠਾ ਸਾਡੇ ਕਰਕੇ ਬੈਠਾ ਇੱਥੇ ਨੌਕਰੀ ਤੇ ਲੱਗਿਆ ਹੋਇਆ। ਤੇ ਜਦੋਂ ਇਹ ਚੀਜ਼ ਹੈ ਤੇ ਉਹ ਕੀ ਕਰਨਗੇ? ਜੇ ਮਾੜਾ ਜਿਹਾ ਉਹਨਾਂ ਨੇ ਝੂਠਾ ਕਿਸੇ ਨੂੰ ਦੇਣਾ ਤਾਂ ਨਾਲ ਦੀ ਨਾਲ ਟੈਲੀਫੋਨ ਖੜਕ ਜਾਣਾ ਵੀ ਇਹ ਨਹੀਂ ਕਰਨਾ। ਤੇ ਫਿਰ ਉਹ ਚੀਜ਼ਾਂ ਜਦੋਂ ਇਹ ਸਿਆਸੀ ਦਖਲਅੰਦਾਜ਼ੀ ਹੈ ਜਿਹੜੀ ਜਿੰਨੀ ਦੇਰ ਬੰਦ ਨਹੀਂ ਹੁੰਦੀ ਤੇ ਜਿੰਨੀ ਦੇਰ ਇਹ ਨਹੀਂ ਹੁੰਦਾ ਵੀ ਜਿਹੜੇ ਇਸ ਤਰੀਕੇ ਦੇ ਬੰਦੇ ਜੇ ਨਸ਼ਿਆਂ 'ਚ ਮਰ ਰਹੇ ਨੇ ਤਾਂ ਉਹ ਅਸੀਂ ਕਿਸੇ ਪ੍ਰਤੀ ਜਵਾਬਦੇਹ ਹੋਵਾਂਗੇ। ਉਹ ਜਿੰਨੀ ਦੇਰ ਨਹੀਂ ਹੁੰਦਾ, ਲੋਕ ਨੇ ਜਿਹੜੇ ਲਾਰਿਆਂ 'ਚ ਆ ਜਾਂਦੇ ਨੇ, ਪਿੱਛੋਂ ਵੀ ਲਾਰੇ ਵਾਅਦੇ ਵੇਚੇ ਜਾ ਰਹੇ ਨੇ। ਹੁਣ ਤੱਕ ਦੇਖੋ ਸਿੱਧੂ ਸਾਹਿਬ ਵੀ ਹੁਣ ਤੱਕ ਪੰਜਾਬ ਦੀਆਂ 15 ਤਾਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋ ਗਈਆਂ, 17 ਹੋ ਗਈਆਂ ਲੋਕ ਸਭਾ ਦੀਆਂ ਇਲੈਕਸ਼ਨਾਂ, MP ਵੀ ਚੁਣੇ ਗਏ ਨੇ 17 ਵਾਰੀ, 15 ਵਾਰੀ MLA ਵੀ ਚੁਣੇ ਗਏ ਨੇ। ਹਰ ਵਾਰੀ ਚੱਕ ਲਓ ਵਾਅਦਿਆਂ ਦੀ ਫਰਿਸ਼ਤ ਹੁੰਦੀ ਹੈ ਤੇ ਨਾਲ ਇਹ ਵੀ ਹੁੰਦਾ ਵੀ ਨਸ਼ੇ ਕਰ ਦਾਂਗੇ ਮੁਕਤ, ਨਸ਼ਾ ਕਰ ਦਾਂਗੇ ਮੁਕਤ। ਨਸ਼ੇ ਇੱਕ ਪਾਸੇ ਮੁਕਤ ਕਹਿੰਦੇ ਨੇ, ਇੱਕ ਪਾਸੇ ਇਲੈਕਸ਼ਨਾਂ 'ਚ ਰੇਵੜੀਆਂ ਦੀ ਤਰ੍ਹਾਂ ਨਸ਼ਾ ਵੰਡਿਆ ਜਾਂਦਾ ਹੈ। ਤੇ ਫਿਰ ਨਸ਼ਾ ਮੁਕਤ ਦੀ ਅਸੀਂ ਆਸ ਕਿਵੇਂ ਕਰ ਸਕਦੇ ਹਾਂ? ਸਾਡਾ ਜਿਹੜਾ ਅਸਲੀ ਦੁਖਾਂਤ ਪੰਜਾਬ ਦੇ ਮੱਥੇ 'ਤੇ ਤੱਬਾ ਉਹ ਇਸ ਕਰਕੇ ਹੀ ਹੈ ਵੀ ਜਿਨ੍ਹਾਂ ਨੂੰ ਅਸੀਂ ਰਹਿਬਰ ਮੰਨਿਆ ਹੋਇਆ ਹੈ ਉਹ ਰਹਿਬਰ ਸਿੰਸੀਅਰ ਨਹੀਂ ਹਨ, ਕੌਮ ਪ੍ਰਤੀ ਸੇਵਾਦਾਰ ਨਹੀਂ ਆਣਗੇ। ਉਹ ਹਾਕਮ ਨੇ ਤੇ ਹਾਕਮ ਸਿਰਦ ਨਹੀਂ ਹਨ ਜਨਤਾ। ਸ਼ਰਮਾ ਜੀ, ਪਿਛਲੇ ਸਾਲਾਂ ਤੋਂ ਜਿਵੇਂ ਆਪਾਂ ਜੇ ਲਾਈਏ ਮਗਰ 10 ਸਾਲਾਂ ਦਾ ਲਈਏ 2010-11 ਤੋਂ ਲੈ ਕੇ ਇਹ ਦਿਨੋਂ ਦਿਨ ਜਿਹੜਾ ਨਸ਼ਿਆਂ ਦਾ ਗ੍ਰਾਫ ਉੱਪਰ ਜਾ ਰਿਹਾ ਕਿ ਕਿਤੇ ਉਹ ਥੱਲੇ ਡਾਊਨ ਵੀ ਕਿਤੇ ਕੋਈ ਡਾਊਨ ਵਾਲੀ ਗੱਲ 1% ਵੀ ਦਿਨੋਂ ਦਿਨ ਆਪ ਹੀ ਗਿਆ ਹੈ, ਦਿਨੋਂ ਦਿਨ ਅੱਪ ਗਿਆ ਹੈਗਾ। ਤੇ ਜੇ ਇਹ ਵੀ ਆਪਾਂ ਮੰਨ ਲਈਏ ਨਾ ਵੀ ਬਹੁਤ ਸਾਰੇ ਮਾਪਿਆਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ, ਜਦੋਂ ਮਾਪੇ ਲੈ ਕੇ ਆਉਂਦੇ ਨੇ ਵੀ ਜੀ ਇਹਨੂੰ ਕਿਰਾਂ ਕਰੋ ਠੀਕ, ਅਸੀਂ ਤਾਂ ਇਹਨੂੰ ਕੈਨੇਡਾ ਜਾਂ ਆਸਟ੍ਰੇਲੀਆ ਭੇਜਣਾ। ਹੁਣ ਬਹੁਤ ਸਾਰੇ ਮਾਪਿਆਂ ਦਾ ਤਾਂ ਦੁਖਾਂਤ ਹੀ ਇਹ ਸੀਗਾ ਵੀ ਨਹੀਂ ਇੱਥੇ ਤਾਂ ਮਰ ਜੂ ਇਹ। ਇਹਦਾ ਜਿਹੜਾ ਪ੍ਰਵਾਸ ਹੈ ਉਹ ਵਿਸ਼ੇਸ਼ ਤੌਰ ਤੇ ਪ੍ਰਵਾਸ ਦਾ 11% ਕਾਰਨ ਜਿਹੜਾ ਪ੍ਰਵਾਸ ਦਾ, ਇਹ ਵੀ ਬੇਰੁਜ਼ਗਾਰੀ ਨੂੰ ਛੱਡ ਦਿਓ, 11% ਪ੍ਰਵਾਸ ਦਾ ਕਾਰਨ ਇਹ ਵੀ ਬਣਿਆ ਵੀ ਨਸ਼ਿਆਂ ਕਰਕੇ ਮਾਪੇ ਕਹਿੰਦੇ ਨੇ ਇਹਨੂੰ ਕੱਢੋ ਇੱਥੋਂ, ਮਰ ਰਹੇ ਨੇ ਸਾਡੇ। ਮਤਲਬ ਹੋਰ ਕਾਰਨਾਂ ਦੇ ਨਾਲ ਆਪਾਂ ਜੋੜ ਕੇ ਆਰਥਿਕਤਾ ਲੈ ਲਈਏ, ਬੇਰੁਜ਼ਗਾਰੀ ਲੈ ਲਈਏ, ਉਹ ਵੱਖਰੇ ਨੇ, ਪਰ 11-12% ਇਹ ਵੀ ਕਾਰਨ ਨੇ। ਤੇ ਨਾਲ ਮੈਂ ਇਹ ਵੀ ਕਹਾਂਗਾ ਵੀ ਸਿਆਸੀ ਬੰਦੇ ਨੇ ਜਿਹੜੇ ਸਾਡੇ ਰਹਿਬਰ ਬਣੇ ਨੇ, MLA ਨੇ, MP ਨੇ, ਇਹਨਾਂ ਨੂੰ ਜਾਂ ਤਾਂ ਕਮਲੇ ਵਾਲੇ ਚਾਹੀਦੇ ਨੇ ਜਿਹੜੇ ਕੀ ਤੇ ਕਿਉਂ ਦਾ ਤਾਂ ਗੱਲ ਹੀ ਨਾ ਕਰ ਸਕਣ, ਪੁਰਾਣੇ ਵਾਅਦੇ ਨਾ ਯਾਦ ਕਰਾ ਸਕਣ। ਇਹਨਾਂ ਨੂੰ ਕਮਲੇ ਵਾਲੇ ਚਾਹੀਦੇ ਨੇ। ਕਮਲੇ ਵਾਲੇ ਨਸ਼ੇ ਕਰਕੇ ਆਪੀ ਹੋਏ ਪਏ ਨੇ ਜਾਂ ਫਿਰ ਆਰਥਿਕਤਾ ਨਾਲ ਭੰਨੇ ਪਏ ਨੇ, ਵਿਚਾਰੇ ਉੱਠਣ ਜੋਗੇ ਨਹੀਂ ਰਹੇ। ਉਹੀ ਇਹਨਾਂ ਨੂੰ ਵੋਟਰ ਚਾਹੀਦੇ ਨੇ ਵੀ ਜਿਹੜੇ ਪ੍ਰਸ਼ਨ ਨਾ ਕਰ ਸਕਣ। ਜਿਹੜੇ ਪ੍ਰਸ਼ਨ ਕਰਨਗੇ ਉਹਨਾਂ ਨੂੰ ਤਾਂ ਇਹ ਕਹਿੰਦੇ ਵੀ ਵਿਰੋਧੀ ਤੇਰੇ ਨਾਲ ਰਲ ਗਿਆ। ਜੇ ਹੁਣ ਅਸੀਂ ਯਾਦ ਕਰਾਈਏ ਵੀ ਰਾਜਾ ਵੜਿੰਗ ਨੇ ਇਲੈਕਸ਼ਨਾਂ ਤੋਂ, ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਬੋਲਦਿਆਂ ਕਿਹਾ ਵੀ 4 ਤਾਂ ਗੱਡੀਆਂ ਤੁਹਾਡੇ ਵਾਸਤੇ ਬਲੈਰੋ ਰੱਖੀਆਂ ਜਾਣਗੀਆਂ, ਵਿਆਹ ਸ਼ਾਦੀਆਂ 'ਚ ਕਾਂਗਰਸ ਪਾਰਟੀ ਵੱਲੋਂ ਹੋਣਗੀਆਂ ਤੇ ਪੈਟਰੋਲ ਅਸੀਂ ਪਾਵਾਂਗੇ, ਕੁੜੀਆਂ ਕੋਲੇ ਸਕੂਟਰ ਹੋਣਗੇ, ਮੁੰਡਿਆਂ ਕੋਲੇ ਸਕੂਟਰ ਹੋਣਗੇ, ਨਸ਼ਾ ਅਸੀਂ ਬਿਲਕੁਲ ਨਹੀਂ ਉਹ ਕਰਨ ਦੇਣਾ, ਅਸੀਂ ਬੇਰੁਜ਼ਗਾਰ ਕੋਈ ਘਰ 'ਚ ਰਹਿਣ ਹੀ ਨਹੀਂ ਦੇਣਾ। ਤੇ ਹੁਣ ਇਹਨਾਂ ਦੇ ਮੂਹਰੇ ਜਦੋਂ ਹੁਣ ਇਲੈਕਸ਼ਨਾਂ ਆਉਣੀਆਂ ਨੇ 2021 'ਚ, ਯਾਦ ਕਰਾਉਣ ਵਾਲੇ ਵੀ ਤਾਂ ਕੋਈ ਚਾਹੀਦਾ ਹੈ, ਪਰ ਉਹ ਹੈ ਨਹੀਂ, ਕੋਈ ਹੈ ਨਹੀਂ। ਉਹ ਗੁੰਮ ਨੇ। ਜੇ ਕੋਈ ਕਦਾ ਪੰਗਾ ਲੈਂਦਾ ਉਹਦੇ ਨਾਲ ਲੋਕ ਨਹੀਂ ਸਾਥ ਦੇ ਰਹੇ, ਮੁੱਲ ਵਿਕੇ ਹੋਏ ਨੇ। ਮਤਲਬ ਇਹ ਚੀਜ਼ ਹੈ ਨਾ, ਜਿਵੇਂ ਇੱਕ ਹਾਸੇ ਵਾਲੀ ਗੱਲ ਵੀ ਕੋਈ ਵੋਟਰ ਵੋਟ ਪਾਉਣ ਜਦੋਂ ਗਿਆ ਨਾ ਤਾਂ ਉੱਥੇ ਚੋਣ ਨਿਸ਼ਾਨ 'ਤੇ ਜਦੋਂ ਲਾਉਣਾ ਸੀ ਉਹਨੇ, ਉੱਥੇ ਬੌਂਦਲ ਗਿਆ। ਉੱਧਰੋਂ ਪ੍ਰੈਜ਼ਾਈਡਿੰਗ ਅਫਸਰ ਕਹੇ ਵੀ ਛੇਤੀ ਆ ਬਾਹਰ, ਤੂੰ ਇੱਥੇ ਕਿੰਨਾ ਕੁ ਖੜ੍ਹ ਗਿਆ। ਉਹ ਐਂ ਮੱਥੇ ਦੇ ਹੱਥ ਬੈਠ ਕੇ ਕਹਿੰਦਾ ਜੀ ਮੈਂ ਯਾਦ ਕਰ ਰਿਹਾ ਵੀ ਕੱਲ੍ਹ ਭਲਾ 3 ਬੋਤਲਾਂ ਦੇ ਕੇ ਕੌਣ ਗਿਆ ਸੀ, ਮੈਂ ਭੁੱਲ ਗਿਆ।
ਮੈਂ ਕਹਿੰਦਾ ਭੁੱਲ ਗਿਆ ਜੀ, ਮੈਂ ਯਾਦ ਕਰਦਾ ਮੜ ਜਾ ਉਹਨੂੰ ਕਹਿੰਦਾ ਵੋਟ ਪਾਉਣੀ ਹੈ ਇਹ। ਮਤਲਬ ਸਾਡੇ ਤਾਂ ਇਸ ਤਰੀਕੇ ਨਾਲ ਖਰੀਦੇ ਹੋਏ ਵੋਟ ਵੀ ਜੇ 2 ਵਾਲੇ ਨੂੰ ਨਹੀਂ ਪਾਉਣੀ 3 ਵਾਲੇ ਨੂੰ ਪਾਉਣੀ ਹੈ, 3 ਵਾਲੇ ਨੂੰ ਪਾਉਣੀ ਹੈ। ਕਹਿੰਦਾ ਕੱਲ੍ਹ ਦੇ ਕੇ ਗਿਆ ਜੀ, ਤਾਜ਼ੀਆਂ ਦੇ ਕੇ ਗਿਆ, ਉਹ ਯਾਦ ਨਹੀਂ ਆ ਰਿਹਾ ਮੇਰੇ ਵੀ ਕਿਹੜੀ ਪਾਰਟੀ ਦਾ ਉਹ, ਮਾੜਾ ਜਿਹਾ ਮੈਂ ਯਾਦ ਕਰ ਲਾਂਗਾ। ਇਹਦਾ ਮਤਲਬ ਤਾਂ ਇਹੀ ਹੈ ਕਿ ਸਭ ਤੋਂ ਵੱਡਾ, ਕਿਉਂਕਿ ਸਾਡਾ ਲੋਕਤੰਤਰ ਹੈ, ਲੋਕ ਰਾਜ ਦੇ ਵਿੱਚ ਜਿਹੜਾ ਮੁਖੀ ਨੇ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਨੇ। ਬਿਲਕੁਲ। ਤੇ ਨੁਮਾਇੰਦਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਨੁਮਾਇੰਦਿਆਂ ਕੋਲੇ ਦਰਦ ਨਹੀਂ ਹੈ ਜੀ ਮਨੁੱਖਤਾ ਦਾ, ਜੋ ਨੁਮਾਇੰਦਿਆਂ ਕੋਲੇ ਦਰਦ ਨਹੀਂ, ਮੈਂ ਜੋ ਨੇੜਿਓਂ ਦੇਖ ਲਿਆ। ਤੇ ਇਸ ਕਰਕੇ ਫਿਰ ਜਿਹੜੀ ਰਿਸਪੌਂਸਿਬਿਲਟੀ ਜ਼ਿਆਦਾ ਉਹ ਤਾਂ ਹੇਠਾਂ ਫਿਰ ਸਾਡੀ ਆਪਣੀ ਇੱਕ ਨਾਗਰਿਕ ਦੀ ਆ ਗਈ, ਕਿਉਂਕਿ ਉਹਨਾਂ ਨੇ ਉਹ ਨੁਮਾਇੰਦੇ ਚੁਣੇ ਨੇ। ਅਸੀਂ, ਮੈਂ ਕਹਿ ਰਿਹਾ ਜੀ, ਅਸੀਂ ਸਕੂਲਾਂ 'ਚ ਜਾਂਦੇ ਹਾਂ, ਲੋਕਾਂ ਨੂੰ ਹੋਕਾ ਦਿੰਦੇ ਹਾਂ, ਸਾਨੂੰ ਸਰਕਾਰ ਨੇ ਕਿਹੜਾ ਸਹਿਯੋਗ ਦਿੱਤਾ? ਅਸੀਂ ਆਪਣੀ ਗੱਲ ਹੀ ਲੈ ਲਈਏ ਵੀ 5 ਬੰਦਿਆਂ ਦੀ ਟੀਮ 'ਚ ਸਿਰ ਧੜ ਨਾਲ ਜਾਂਦੇ ਹਾਂ, ਸਿਰ ਧੜ ਨਾਲ ਜਾਂਦੇ ਹਾਂ, ਚਾਹੇ ਕੋਈ ਸਮਗਲਰੀ ਸਾਡੇ 'ਤੇ ਅਟੈਕ ਕਰਦੇ, ਕੋਈ ਹੋਰ ਕੋਈ ਕੁਛ ਉਹ ਕਰਦੇ, ਤੇ ਸਾਨੂੰ ਜੇ ਇਹ ਕਹੀਏ ਵੀ ਸਰਕਾਰ ਵੱਲੋਂ ਕੋਈ ਸਾਡੀ ਪਿੱਠ ਥਾਪੜੀ ਗਈ ਹੈ, ਨਹੀਂ। ਹਾਂ ਡਿਪਟੀ ਕਮਿਸ਼ਨਰ ਸਾਹਿਬ ਹੈਗੇ, ਇਹ ਮੌਕੇ ਸਿਰ ਸਾਡੀ ਹੱਲਾਸ਼ੇਰੀ ਦਿੰਦੇ ਰਹਿੰਦੇ ਆ, ਇਹ 'ਚ ਕੋਈ ਦੋ ਰਾਮਾ ਨਹੀਂ ਵੀ ਇਹਨਾਂ ਨੇ ਬੜੀ ਵਾਰ ਐਪਰੀਸ਼ੀਏਟ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਕਿਉਂਕਿ ਜਦੋਂ ਮਾਲੀਏ ਦੀ ਗੱਲ ਆਉਂਦੀ ਹੈ ਤੇ ਉਹ ਗੱਲ ਹੀ ਸ਼ਰਾਬ 'ਤੇ ਲਿਆ ਕੇ ਨਸ਼ਿਆਂ 'ਤੇ ਖੜੀ ਕਰ ਦਿੰਦੇ ਹੈ ਵੀ ਸ਼ਰਾਬ ਦੇ ਠੇਕੇ ਚੜ੍ਹਨਗੇ ਜੀ, ਉਹਨਾਂ ਦੇ ਵਿੱਚੋਂ ਮਾਲੀਆ ਵਧਾਵਾਂਗੇ ਤੇ ਤਾਂ ਜਿਹੜੀਆਂ ਉਹ ਸਾਡਾ ਸੂਬਾ ਜਿਹੜਾ ਉਹ ਤਰੱਕੀ ਕਰੂਗਾ। ਇਸੇ ਕਰਕੇ ਹਾਂ ਸਿਰ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਨਾ ਇੱਕ ਗੱਲ ਮੈਂ ਛੋਟੀ ਜਿਹੀ ਗੱਲ ਕਰ ਲਵਾਂ। ਜਿੱਥੋਂ ਤੱਕ ਤੁਸੀਂ ਸ਼ਰਾਬ ਦੇ ਮਾਲੀਏ ਦੀ ਗੱਲ ਕੀਤੀ ਹੈ ਜਾਂ ਲੋਕਾਂ ਦੇ ਸ਼ਰਾਬ ਦੀ ਗੱਲ ਕੀਤੀ ਹੈ, ਇੱਕ ਗੱਲ ਮਤਲਬ ਇਹ ਮੰਨ ਕੇ ਚੱਲ ਪਿਓ ਵੀ ਜਿਹੜੀ ਸਿਰਫ ਮੈਂ ਜਿਹੜੀ ਸਰਕਾਰੀ ਤੌਰ 'ਤੇ ਸ਼ਰਾਬ ਹੈ, ਜਿਹੜੀ ਪ੍ਰਾਈਵੇਟ ਇੰਡਸਟਰੀਆਂ 'ਚੋਂ, ਜਿਵੇਂ ਹੁਣ ਇੱਕ ਖੰਨੇ ਫੈਕਟਰੀ ਫੜੀ ਗਈ, ਇੱਕ ਰਾਜਪੁਰੇ ਕੋਲੇ ਫੈਕਟਰੀ, ਇਹਨਾਂ ਨੂੰ ਛੱਡ ਦਿਓ, ਇਹਨਾਂ ਦੀ ਸ਼ਰਾਬ ਇਹ ਵਿੱਚੋਂ ਕੱਢ ਦਿਓ। ਸਿਰਫ ਜਿਹੜੀ ਸਰਕਾਰੀ ਸ਼ਰਾਬ ਹੈ ਠੇਕਿਆਂ ਦੇ ਉੱਤੇ, ਜਿਹੜੀ ਘਰੋਂ ਕੱਢਦੇ ਆ ਉਹਨੂੰ ਛੱਡ ਦਿਓ, ਹਰਿਆਣੇ ਤੋਂ ਆ ਰਹੀ ਹੈ ਉਹਨੂੰ ਛੱਡ ਦਿਓ, ਜਿਹੜੇ ਕੱਲੀ ਕਾਗਜ਼ਾਂ 'ਚ ਕੋਟੇ 'ਚ ਆਉਂਦੀ ਹੈ ਚੰਡੀਗੜ੍ਹ ਦਾ ਹੀ ਛੱਡ ਦਿਓ। ਜਿਹੜੀ ਸਿਰਫ ਠੇਕਿਆਂ 'ਤੇ ਨਾ ਸਰਕਾਰੀ, ਜਿਹਦੇ ਪਿੱਛੇ ਜੇ ਰੌਲਾ ਜਿਹਾ ਪੈ ਕੇ ਹਟਿਆ, ਉਹਦਾ ਇਹ ਮੰਨ ਕੇ ਚੱਲ ਪਓ ਵੀ ਜੇ ਉਹ ਸ਼ਰਾਬ ਜਿਹੜੀ ਲੋਕਾਂ ਨੂੰ ਪਿਆਈ ਜਾ ਰਹੀ ਹੈ, ਉਹ ਸ਼ਰਾਬ ਕੱਲੀ ਸਰਕਾਰੀ ਠੇਕਿਆਂ ਤੋਂ, ਜੇ ਜਿਹੜੇ ਟੈਂਕਰ ਹੁੰਦੇ ਨੇ ਨਾ ਪੈਟਰੋਲ ਪੰਪਾਂ 'ਤੇ ਪੈਟਰੋਲ ਪਾਉਣ ਵਾਲੇ, ਉਹ 12,000 ਲੀਟਰ ਦੀ ਕਪੈਸਿਟੀ ਦਾ ਹੁੰਦਾ ਹੈ ਇੱਕ ਡੀਜ਼ਲ, ਜੇ ਉਹ ਸ਼ਰਾਬ ਦੇ ਠੇਕੇ ਦੀਆਂ ਬੋਤਲਾਂ ਆਪਾਂ ਲੱਦਣੀਆਂ ਸ਼ੁਰੂ ਕਰਦੀ ਨਾ ਉਹ ਟੈਂਕਰਾਂ 'ਚ, ਤਾਂ 15,291 ਟੈਂਕਰ ਭਰੇ ਜਾਣਗੇ। ਦੂਜੀ ਸ਼ਰਾਬ ਵਾਲੇ ਮਾਰੋ ਗੋਲੀ, 15,291 ਟੈਂਕਰ। ਤੇ ਉਹ ਟੈਂਕਰਾਂ ਦੀ ਜੇ ਆਪਾਂ ਲਾ ਦਈਏ ਲੰਬੀ ਲਾਈਨ, ਪਟਿਆਲੇ ਤੋਂ ਲਾਈਏ ਲੰਬੀ ਲਾਈਨ, ਤਾਂ ਬਠਿੰਡੇ ਤੋਂ 5 ਕਿਲੋਮੀਟਰ ਵੀ ਪਰਾਂ ਨੂੰ ਟੱਪ ਜੂਗੀ, ਐਡੀ ਲਾਈਨ ਹੈ ਜਿਹੜੀ। ਤੇ ਉਹ ਜੇ ਉਹਨੂੰ ਡੋਲ ਦਈਏ ਤਾਂ ਸਾਰੇ ਪੰਜਾਬ ਦੇ ਵਿੱਚ ਸ਼ਰਾਬ ਹੀ ਸ਼ਰਾਬ ਨਜ਼ਰ ਆਉਣੀ ਹੈ। ਤੇ ਉਹ ਸਥਿਤੀ ਹੈ ਜਿਹੜੀ ਬਣੀ ਹੋਈ ਸ਼ਰਾਬ ਦੀ ਵੀ ਪਿੰਡਾਂ ਵਿੱਚ ਰਹੇ ਨਾ ਏਕੇ, ਥਾਂ ਗਲੀ ਗਲੀ ਵਿੱਚ ਠੇਕੇ, ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਹੈ। ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਹੈ। ਇਹ ਪੋਜੀਸ਼ਨ ਹੈ ਸਾਡੇ ਪੰਜਾਬ ਦੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਤੁਸੀਂ ਸ਼ੁਕਰੀਆ ਤੁਹਾਡਾ ਬਹੁਤ।